यार जिन्हां ने मैडल जिते, यार जिन्हां ने साडा झंडा लहराया, यार जिन्हां ने साडा सीना चौड़ा किया, हुण उन्हां नूं फट्टियां ते पैण दी इजाजत भी सोथों लैनी पऊ ते उन्हां शराबी पुलिस वालियां तो लैनी पऊ। ਇਹ ਉਹੀ ਬ੍ਰਿਜ ਭੂਸ਼ਣ ਆ ਜਿਹਨੇ ਇੱਕ ਸਟੇਜ ਦੇ ਉੱਪਰ ਸ਼ਰੇਆਮ ਇੱਕ ਪਹਿਲਵਾਨ ਦੇ ਥੱਪੜ ਮਾਰਿਆ ਸੀ। ਇਹ ਉਹੀ ਬ੍ਰਿਜ ਭੂਸ਼ਣ ਆ ਜਿਹੜਾ ਇੱਕ ਇੰਟਰਵਿਊ ਦੇ ਵਿੱਚ ਸ਼ਰੇਆਮ ਕਬੂਲਦਾ ਆ ਕਿ ਮੈਂ ਇੱਕ ਕਤਲ ਕੀਤਾ ਹੋਇਆ ਆ। ਜੇਕਰ ਤੁਸੀਂ ਵਾਕਿਆ ਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਕੰਮ ਕਰ ਰਹੇ ਹੁੰਦੇ, ਇਸ ਸਲੋਗਨ ਦੇ ਉੱਪਰ ਕੰਮ ਕਰ ਰਹੇ ਹੁੰਦੇ, ਤਾਂ ਪਹਿਲਾਂ ਉਸ ਇਨਸਾਨ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਹੁੰਦਾ। ਰਾਜਨੀਤੀ ਭਾਰੂ ਪੈ ਗਈ ਆ ਸਾਡੇ ਗੋਲਡ ਮੈਡਲਾਂ ਤੇ, ਸਾਡੀਆਂ ਖਿਡਾਰਨਾਂ ਤੇ, ਸਾਡੇ ਪਹਿਲਵਾਨਾਂ ਤੇ, ਜਿਹੜੀ ਕਿ ਸਰਾਸਰ ਗਲਤ ਆ। ਹੁਣ ਉਸੇ ਹੁਕਮਰਾਨ ਦਾ ਸਮਾਂ ਤੇ ਟਾਈਮ ਇਹਨਾਂ ਨੂੰ ਨਹੀਂ ਮਿਲ ਰਿਹਾ। ਕਿਉਂ? ਕਾਰਨ ਕੀ ਆ? ਕਾਰਨ ਕਿਉਂਕਿ ਵਿਚਾਲੇ ਬ੍ਰਿਜ ਭੂਸ਼ਣ ਖੜਾ ਆ, ਵਿਚਾਲੇ ਲਗਾਤਾਰ 6 ਵਾਰ ਦਾ MP ਖੜਾ ਆ, ਵਿਚਾਲੇ ਇੱਕ ਸਟਰੋਂਗ ਜਿਹੜਾ ਕਹਿੰਦੇ ਨੇ ਕਿ ਸੋ ਕਾਲਡ ਸਟਰੋਂਗ, ਉਹ ਵਿਚਾਲੇ ਖੜਾ ਆ। ਜਿਹਨੇ ਸੋਚਿਆ ਕਿ ਮੇਰੀ ਧੀ ਵੀ ਕੱਲ ਨੂੰ ਫੋਗਾਟ ਭੈਣਾਂ ਦੀ ਤਰ੍ਹਾਂ ਜਿਹੜੀ ਆ ਉਹ ਬਣੂਗੀ, ਤਾਂ ਸ਼ਾਇਦ ਉਹ ਹੁਣ ਕਿਤੇ ਨਾ ਕਿਤੇ ਇੱਕ ਪੈਰ ਪਿੱਛੇ ਪੱਟਣਗੇ, ਆਪਣੇ ਆਪ ਨੂੰ ਪਿੱਛੇ ਖਿੱਚਣਗੇ। ਕਿਉਂ? ਕਿ ਜੇ ਇਹਨਾਂ ਧੀਆਂ ਦੇ ਨਾਲ ਹੋ ਸਕਦਾ ਜਿਹੜੀਆਂ ਵਰਲਡ ਲੈਵਲ ਤੱਕ ਖੇਡੀਆਂ ਨੇ, ਜਿਹੜੀਆਂ ਓਲੰਪਿਕ ਤੱਕ ਖੇਡੀਆਂ ਨੇ, ਜਿਨ੍ਹਾਂ ਦੀ ਗੱਲ ਦੇ ਵਿੱਚ ਗੋਲਡ ਮੈਡਲ ਆ, ਤਾਂ ਫਿਰ ਅਸੀਂ ਕੀ? ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ ਹਾਂ। ਦੇਸ਼ ਦਾ ਪਹਿਲਵਾਨ ਇੱਕ ਵਾਰੀ ਸੜਕਾਂ ਦੇ ਉੱਪਰ ਉਤਰ ਆਇਆ। ਇਹ ਪਹਿਲਵਾਨ ਕੋਈ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਨਹੀਂ, ਜਾਂ ਕੋਈ ਵੱਡਾ ਟੂਰਨਾਮੈਂਟ ਜਿੱਤਣ ਤੋਂ ਬਾਅਦ ਸੜਕਾਂ ਦੇ ਉੱਪਰ ਨਹੀਂ, ਬਲਕਿ ਇਨਸਾਫ ਦੇ ਲਈ ਸੜਕਾਂ ਦੇ ਉੱਪਰ ਉਤਰੇ। ਇਲਜ਼ਾਮ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਪਰ ਨੇ। ਮਹਿਲਾ ਖਿਡਾਰੀਆਂ ਦੇ ਵੱਲੋਂ ਗੰਭੀਰ ਇਲਜ਼ਾਮ, ਜਿਨਸੀ ਸ਼ੋਸ਼ਣ ਤੱਕ ਦੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ। ਗੰਭੀਰ ਮੁੱਦਾ ਬਣਿਆ ਹੋਇਆ। ਵਿਰੋਧੀ ਪਾਰਟੀਆਂ ਸਰਕਾਰਾਂ ਨੂੰ ਘੇਰ ਰਹੀਆਂ ਨੇ, ਪਰ ਹਾਲੇ ਤੱਕ ਮਹਿਲਾ ਖਿਡਾਰੀਆਂ ਦਾ ਇਲਜ਼ਾਮ ਆ ਕਿ ਜਾਂ ਵੱਡੇ ਸਵਾਲ ਨੇ ਕਿ ਆਖਰ ਸ਼ਰਨ ਸਾਹਿਬ ਦੇ ਉੱਪਰ ਕਾਰਵਾਈ ਕਿਉਂ ਨਹੀਂ। ਸਾਰੇ ਮੁੱਦੇ ਦੀ ਪੜਚੋਲ ਕਰਾਂਗੇ, ਸਾਰੇ ਮੁੱਦੇ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਇਸ ਡਿਸਕਸ਼ਨ ਦੇ ਵਿੱਚ ਮੌਜੂਦ ਰਹਿਣਗੇ। ਜਸ ਬਾਈ ਅਸੀਂ ਕਰ ਬਾਈ ਜੀ, ਮੈਡਲ ਲਿਆਉਣ ਦੀਆਂ ਉਮੀਦਾਂ ਜਿਨ੍ਹਾਂ ਖਿਡਾਰੀਆਂ ਤੋਂ, ਉਹੀ ਸੜਕਾਂ ਦੇ ਉੱਪਰ ਨੇ। ਜਿਵੇਂ ਤੁਸੀਂ ਗੱਲ ਸ਼ੁਰੂਆਤ ਦੇ ਵਿੱਚ ਭੂਮਿਕਾ ਦੇ ਵਿੱਚ ਕਰੀ ਨਾ ਕਿ ਪਹਿਲਵਾਨ ਕਿਸੇ ਜਸ਼ਨ ਦੇ ਲਈ ਨਹੀਂ, ਇਹ ਉਹ ਪਹਿਲਵਾਨ ਨੇ ਜਿਨ੍ਹਾਂ ਨੇ ਇੰਡੀਆ ਦੇ ਲਈ ਮੈਡਲ ਜਿੱਤੇ ਨੇ, ਜਿਨ੍ਹਾਂ ਨੇ ਹਿੰਦੁਸਤਾਨ ਦੇ ਝੰਡੇ ਨੂੰ ਲਹਿਰਾਇਆ ਆ, ਜਿਨ੍ਹਾਂ ਦੇ ਕਰਕੇ ਹਿੰਦੁਸਤਾਨੀਆਂ ਦੇ ਚਿਹਰੇ ਤੇ ਜਿਹੜੀ ਆ, ਭਾਰਤੀਆਂ ਦੇ ਚਿਹਰੇ ਤੇ, ਇੰਡੀਅਨਸ ਦੇ ਚਿਹਰੇ ਤੇ ਜਿਹੜੀ ਆ ਉਹ ਮੁਸਕਰਾਹਟ ਆਉਂਦੀ ਰਹੀ ਆ ਤੇ ਗਰਵ ਹੁੰਦਾ ਰਿਹਾ, ਮਾਣ ਹੁੰਦਾ ਰਿਹਾ ਕਿ ਹਾਂ ਸਾਡੀਆਂ ਖਿਡਾਰਨਾਂ ਨੇ। ਬਿਲਕੁਲ। ਉਸ ਤੋਂ ਬਾਅਦ ਇਹਨਾਂ ਖਿਡਾਰਨਾਂ ਦੇ ਵੱਲੋਂ ਐਡੇ ਇਲਜ਼ਾਮ ਲਗਾ ਦਿੱਤੇ ਜਾਣੇ, ਸੈਕਸ਼ੂਅਲ ਹਰਾਸਮੈਂਟ ਤੱਕ ਤੇ ਇਲਜ਼ਾਮ ਲਾ ਦਿੱਤੇ ਜਾਣੇ। ਬਿਲਕੁਲ। ਤੇ ਇੱਕ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਦੇ ਉੱਪਰ ਇਲਜ਼ਾਮ ਲਗਾਉਣੇ। ਵੱਡਾ ਅਹੁਦਾ ਉਹਨਾਂ ਦਾ, ਵੱਡਾ ਅਹੁਦਾ ਆ। ਬਿਲਕੁਲ। ਸ਼ਾਇਦ ਤੁਹਾਨੂੰ ਯਾਦ ਹੋਵੇ 18 ਜਨਵਰੀ ਨੂੰ, ਇਸ ਤੋਂ ਪਹਿਲਾਂ ਜਦੋਂ ਇਹ ਅੰਦੋਲਨ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀ, ਸ਼ੁਰੂ ਹੋਇਆ ਸੀ, ਉਸ ਵੇਲੇ ਅਨੁਰਾਗ ਠਾਕੁਰ ਹੋਰਾਂ ਵੱਲੋਂ ਇਹ ਆਸ਼ਵਾਸਨ ਦਿੱਤਾ ਗਿਆ ਸੀ ਕਿ ਭਾਈ ਅਸੀਂ ਕਮੇਟੀ ਬਣਾਵਾਂਗੇ ਤੇ ਮਹਿਜ਼ 4 ਹਫ਼ਤਿਆਂ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਨਤੀਜਾ ਆ ਜਾਊਗਾ। ਜੀ ਜੀ। ਉਡੀਕ ਕੀਤੀ, ਕਮੇਟੀ ਵੀ ਬਣੀ, ਕਮੇਟੀ ਦੇ ਨਤੀਜੇ ਦੀ ਉਡੀਕ ਕੀਤੀ, ਕਿਉਂਕਿ 3 ਮਹੀਨੇ ਦਾ ਸਮਾਂ ਇਹਨਾਂ ਨੇ ਦਿੱਤਾ ਸੀ। ਹਾਲਾਂਕਿ ਕਹਿੰਦੇ ਸੀ 4 ਹਫ਼ਤੇ, 3 ਮਹੀਨੇ ਦਾ ਸਮਾਂ ਇਹਨਾਂ ਨੇ ਦਿੱਤਾ ਸੀ ਕਿ 3 ਮਹੀਨੇ ਦੇ ਵਿੱਚ ਸਭ ਕੁਝ ਹੋ ਜੂ। ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਕੁਝ ਹੋਣ ਨਹੀਂ ਲੱਗਿਆ, ਤਾਂ ਉਸ ਤੋਂ ਬਾਅਦ 4 ਮਹੀਨਿਆਂ ਬਾਅਦ ਅੰਦੋਲਨ ਜਿਹੜਾ ਉਹ ਦੁਬਾਰਾ ਸ਼ੁਰੂ ਕਰ ਦਿੱਤਾ। ਇੱਥੇ ਖਿਡਾਰੀਆਂ ਦੀ ਦਾਦ ਦੇਣੀ ਵੀ ਬਣਦੀ ਆ, ਕਿਉਂਕਿ ਹੁਣ ਜਿਹੜੇ ਰਾਜਨੀਤਿਕ ਲੀਡਰ ਨੇ BJP ਦੇ ਨੇ, ਉਹ ਇਹ ਕਹਿ ਰਹੇ ਨੇ, ਜਾਂ ਬ੍ਰਿਜ ਭੂਸ਼ਣ ਹੋਰਾਂ ਦੀ ਗੱਲ ਕਰ ਲਈਏ, ਉਹ ਇਹ ਕਹਿ ਰਹੇ ਨੇ ਕਿ ਇਹ ਰਾਜਨੀਤਿਕ ਮੰਚ ਬਣ ਗਿਆ। ਪਰ ਜੇਕਰ ਤੁਸੀਂ ਪਿੱਛੇ ਝਾਤ ਮਾਰੋਗੇ, ਜਨਵਰੀ ਦੇ ਵਿੱਚ ਝਾਤ ਮਾਰੋਗੇ, ਤਾਂ ਉਹਨਾਂ ਨੇ ਬਹੁਤੇ ਰਾਜਨੀਤਿਕ ਲੀਡਰ ਇੱਦਾਂ ਦੇ ਸੀ ਜਿਨ੍ਹਾਂ ਨੂੰ ਸਟੇਜ ਤੇ ਆਉਣ ਤੋਂ ਰੋਕਤਾ ਕਿ ਤੁਸੀਂ ਆਉਣਾ ਹੈ ਤਾਂ ਇੱਥੇ ਬੈਠ ਕੇ ਆਪਣਾ ਜਾ ਸਕਦੇ ਹੋ, ਸਟੇਜ ਤੇ ਅਸੀਂ ਬੋਲਣ ਨਹੀਂ ਦੇਵਾਂਗੇ। ਸਮਰਥਕ ਦੇ ਤੌਰ ਤੇ ਸਮਰਥਨ ਦੇ ਸਕਦੇ ਹੋ, ਪਰ ਅਸੀਂ ਇਹਨੂੰ ਰਾਜਨੀਤਿਕ ਸਟੇਜ ਨਹੀਂ ਬਣਾਉਣਾ ਚਾਹੁੰਦੇ। ਇਸ ਚੀਜ਼ ਦੀ ਦਾਦ ਦੇਣੀ ਵੀ ਬਣਦੀ ਹੈ। ਉਹਨਾਂ ਨੂੰ ਪਤਾ ਸੀ ਕਿ ਜੇ ਰਾਜਨੀਤਿਕ ਮੁੱਦਾ ਬਣ ਗਿਆ ਤਾਂ ਜਿਹੜਾ ਸਾਡਾ ਅਸਲ ਮੁੱਦਾ, ਅਸੀਂ ਕਿਸੇ ਉਸ ਮੁੱਦੇ ਤੋਂ ਭੜਕ ਨਾ ਜਾਈਏ, ਪਾਸੇ ਨਾ ਹੋ ਜਾਈਏ। ਪਰ ਜਦੋਂ ਹੁਣ ਉਹਨਾਂ ਨੂੰ ਕੁਝ ਦਿਸਦਾ ਦਿਖਾਈ ਨਹੀਂ ਦਿੱਤਾ ਕਿ ਭਾਈ ਕੁਝ ਹੋ ਨਹੀਂ ਰਿਹਾ, ਇੱਥੇ ਗੱਲ ਹੋਰ ਦੇਖੋ ਸੰਸਾਰ, ਕਿ ਹੋ ਉਹਨਾਂ ਦੇ ਨਾਲ ਨਹੀਂ ਰਿਹਾ ਜਿਨ੍ਹਾਂ ਨੇ ਗੋਲਡ ਮੈਡਲ ਤੱਕ ਜਿੱਤੇ ਨੇ, ਜਿਨ੍ਹਾਂ ਨੇ ਭਾਰਤ ਦਾ ਨਾਮ ਜਿਹੜਾ ਉਹ ਰੋਸ਼ਨ ਕਰਤਾ, ਤਾਂ ਫਿਰ ਆਮ ਲੋਕਾਂ ਦਾ ਕੀ ਹੋਊਗਾ? ਬਿਲਕੁਲ। ਆਮ ਖਿਡਾਰੀ ਹੋਰ ਵੀ ਹੁੰਦੇ ਹੋਣਗੇ ਜਿਹੜੇ ਹਲੇ ਸਟਰਗਲ ਆਪਣੇ ਟਾਈਮ ਦੇ ਵਿੱਚ ਹੋਣਗੇ, ਸਟਰਗਲ ਪੀਰੀਅਡ ਦੇ ਵਿੱਚ ਹੋਣਗੇ, ਜਾਂ ਨੈਸ਼ਨਲ ਚੈਂਪੀਅਨ ਖਿਡਾਰੀ ਵੀ ਹੁੰਦੇ ਹੋਣਗੇ। ਜੇਕਰ ਇੰਟਰਨੈਸ਼ਨਲ ਲੈਵਲ ਦੇ ਇੱਕ ਪਲੇਅਰ ਦੇ ਨਾਲ ਇਸ ਤਰ੍ਹਾਂ ਹੋ ਸਕਦਾ ਤਾਂ
ਛੋਟੇ ਪਲੇਅਰ ਦੇ ਨਾਲ ਕੀ ਹੋਏਗਾ। ਜਦੋਂ ਇਹ ਮੁੱਦਾ ਬਣਿਆ, ਚੈਨਲਾਂ ਨੇ ਕਵਰ ਕੀਤਾ, ਜਦੋਂ ਵਿਦੇਸ਼ਾਂ ਤੱਕ ਗੱਲਾਂ ਪਹੁੰਚੀਆਂ ਤਾਂ ਵਿਦੇਸ਼ੀ ਉਹ ਖਿਡਾਰੀ ਜਿਹੜੇ ਇਹਨਾਂ ਦੇ ਨਾਲ ਖੇਡੇ ਨੇ ਉਹਨਾਂ ਦੀਆਂ ਫੋਨ ਕਾਲਸ ਤੱਕ ਆਈਆਂ ਕਿ ਇਹ ਮਾਮਲਾ ਕੀ ਹੈ, ਮੁੱਦਾ ਕਿੱਥੋਂ ਤੱਕ ਪਹੁੰਚਿਆ। ਇੱਥੇ ਬਿਆਨ ਇਹ ਵੀ ਆ ਰਹੇ ਨੇ ਕਿ ਦੇਸ਼ ਦੀ ਜਿਹੜੀ ਹੈ ਭਾਈ ਮਤਲਬ ਸ਼ਾਖ ਜਿਹੜੀ ਆ ਉਹ ਵਿਗੜ ਗਈ ਆ, ਕਿਉਂਕਿ ਬਈ ਗਲਤ ਮੈਸੇਜ ਜਿਹੜਾ ਹੋ ਗਿਆ। ਪਰ ਗਲਤ ਮੈਸੇਜ ਗਿਆ ਕਿਸ ਤੇ ਕਰਕੇ ਆ? ਗਲਤ ਮੈਸੇਜ ਗਿਆ ਸਿਰਫ ਇੱਕ ਪ੍ਰੈਜ਼ੀਡੈਂਟ ਦੇ ਕਰਕੇ। ਵੱਡੀ ਗੱਲ ਹੈ, ਪ੍ਰੈਜ਼ੀਡੈਂਟ ਦੇ ਕਰਕੇ ਮੈਸੇਜ ਗਲਤ ਜਾਂਦਾ ਹੈ, ਅਸੀਂ ਮੰਨ ਲੈਂਦੇ ਹਾਂ, ਪਰ ਹਾਲੇ ਤੱਕ ਬੀਜੇਪੀ ਦਾ ਕੋਈ ਬਿਆਨ ਨਾ ਆਉਣਾ ਇਹ ਇਸ਼ਾਰਾ ਕਿੱਧਰ ਕਰਦਾ? ਬਿਲਕੁਲ ਇਹੀ ਮੇਰਾ ਸਵਾਲ ਸੀ ਕਿ 2011 ਤੋਂ ਬ੍ਰਿਜ ਭੂਸ਼ਣ ਜੀ ਜਿਹੜੇ ਨੇ ਇਸ ਫੈਡਰੇਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਬਣੇ ਹੋਏ ਨੇ, ਲਗਾਤਾਰ ਲੰਮੇ ਸਮੇਂ ਤੋਂ ਮੈਂਬਰ ਪਾਰਲੀਮੈਂਟ ਜਿੱਤਦੇ ਆਉਂਦੇ ਨੇ, ਕੀ ਉਹਨਾਂ ਦੇ ਕੁਰਸੀ ਦਾ ਰਸੂਖ ਹੀ ਹਾਲੇ ਤੱਕ ਕੋਈ ਬਿਆਨ ਨਾ ਆਉਣਾ, ਸਰਕਾਰ ਦਾ ਕੋਈ ਆਫੀਸ਼ੀਅਲੀ ਬਿਆਨ ਨਾ ਆਉਣਾ, ਜਾਂ ਬ੍ਰਿਜ ਭੂਸ਼ਣ ਉਹਨਾਂ ਦੇ ਉੱਪਰ ਹਾਲੇ ਤੱਕ ਕਾਰਵਾਈ ਨਾ ਹੋਣਾ, ਕੁਰਸੀ ਦਾ ਰਸੂਖ ਹੈ ਸਿਰਫ? ਹਾਂ, ਸੰਸਾਰ 2011 ਤੋਂ ਤਾਂ ਉਹ ਇਸ ਕੁਰਸੀ ਤੇ ਕਾਬਜ ਨੇ। ਲਖਨਊ ਤੋਂ ਥੋੜੀ ਦੂਰ ਜਾਂਦੇ ਆ, ਮੱਧ ਪ੍ਰਦੇਸ਼ ਦੇ ਵਿੱਚ ਇੱਕ ਗੋਂਡਾ ਆਉਂਦਾ ਹੈ ਡਿਸਟ੍ਰਿਕਟ, ਗੋਂਡਾ ਤੋਂ MP ਜਿੱਤਦੇ ਆਏ ਨੇ 1990 ਤੋਂ ਲੈ ਕੇ ਹੁਣ ਤੱਕ। ਇਹਨਾਂ ਦੇ ਬੇਟੇ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਬੇਟੇ ਜਿਹੜੇ ਨੇ ਉਹ MLA ਨੇ। ਉੱਥੋਂ ਦੇ ਲੋਕਾਂ ਤੋਂ ਪੁੱਛੋਗੇ, ਲੋਕਾਂ ਦੇ ਨਾਲ ਗੱਲਬਾਤ ਕਰੋਗੇ ਤਾਂ ਕਹਿੰਦੇ ਨੇ ਕਿ ਬ੍ਰਿਜ ਭੂਸ਼ਣ ਇੰਨਾ ਕੁ ਸਟਰੋਂਗ ਆ ਕਿ ਇਹਨੂੰ ਕਿਸੇ ਪਾਰਟੀ ਦੀ ਜ਼ਰੂਰਤ ਨਹੀਂ ਹੁੰਦੀ, ਪਾਰਟੀਆਂ ਇਹਦੇ ਕੋਲੇ ਆਉਂਦੀਆਂ ਨੇ ਕਿ ਸਾਡੀ ਟਿਕਟ ਲੈ ਲਾ। ਤੇ ਬ੍ਰਿਜ ਭੂਸ਼ਣ ਦੀ ਜ਼ਰੂਰਤ ਪੈਂਦੀ ਪਾਰਟੀਆਂ ਨੂੰ, ਬ੍ਰਿਜ ਭੂਸ਼ਣ ਦੀ ਜ਼ਰੂਰਤ ਪਾਰਟੀਆਂ ਨੂੰ ਪੈਂਦੀ ਹੈ। ਤੇ ਇੱਕ ਇੰਟਰਵਿਊ ਦੇ ਵਿੱਚ ਇਹ ਖੁਦ ਵੀ ਕਹਿ ਚੁੱਕੇ ਨੇ ਕਿ ਮੈਨੂੰ ਕਿਸੇ ਪਾਰਟੀ ਦੀ ਲੋੜ ਨਹੀਂ, ਪਾਰਟੀਆਂ ਨੂੰ ਮੇਰੀ ਲੋੜ ਆ। ਲਗਾਤਾਰ 6 ਵਾਰ MP ਜਿਹੜਾ ਇਨਸਾਨ ਰਿਹਾ ਹੋਵੇ, ਉਸ ਤੋਂ ਬਾਅਦ WFI ਦਾ ਪ੍ਰੈਜ਼ੀਡੈਂਟ ਵੀ ਹੋਵੇ 12 ਸਾਲਾਂ ਤੋਂ, ਤਾਂ ਸੁਭਾਵਿਕ ਤੌਰ ਤੇ ਜਦੋਂ ਕੁਰਸੀ ਖਿਸਕਦੀ ਦਿਸਦੀ ਆ ਤਾਂ ਫਿਰ ਕੌਣ ਨਹੀਂ ਸੋਚੂਗਾ। ਤਾਂ ਕੁਰਸੀ ਖਿਸਕਦੀ ਦਿਸ ਰਹੀ ਆ ਭਾਜਪਾ ਨੂੰ, ਤਾਂ ਸ਼ਾਇਦ ਤਾਂ ਹੀ ਭਾਜਪਾ ਕੋਈ ਬਿਆਨ ਦੇਣ ਤੋਂ ਜਿਹੜੀ ਆ ਉਹ ਗੁਰੇਜ਼ ਕਰ ਰਹੀ ਆ। ਉਹਨੂੰ ਇਹ ਵੀ ਪਤਾ ਕਿ ਅਸੀਂ ਕੱਢ ਕੇ, ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਚਾਹ ਦੇ ਵਿੱਚੋਂ ਮੱਖੀਆਂ ਨੂੰ ਕੱਢ ਕੇ ਬਾਹਰ ਵੀ ਨਹੀਂ ਮਾਰ ਸਕਦੇ, ਤੇ ਕਿਤੇ ਸਾਡੇ ਹੱਥੋਂ MP ਦੀ ਸੀਟ ਜਿਹੜੀ ਆ ਉਹ ਨਾ ਖੁੱਸ ਜਾਵੇ। ਦੂਸਰੇ ਪਾਸੇ ਪਹਿਲਵਾਨੀਆਂ ਝੁਕ ਕੋਈ ਵੀ ਨਹੀਂ ਰਿਹਾ। ਪਹਿਲਵਾਨ ਕਹਿੰਦੇ ਨੇ ਕਿ ਅਸੀਂ ਵੀ ਨਹੀਂ ਝੁਕਣਾ, ਦੂਸਰੇ ਪਾਸੇ ਜਿਹੜੇ ਬ੍ਰਿਜ ਭੂਸ਼ਣ ਨੇ ਉਹ ਕਹਿੰਦੇ ਨੇ ਅਸੀਂ ਵੀ ਨਹੀਂ ਝੁਕਣਾ। ਪਰ ਬਾਈ ਸਵਾਲ ਤਾਂ ਇਹੀ ਆ ਜਾਂਦਾ ਨਾ ਕਿ ਇੱਕ MP ਦੀ ਸੀਟ ਬਚਾਉਣ ਦੇ ਲਈ ਜਾਂ ਇੱਕ ਆਪਣੇ ਲੀਡਰ ਨੂੰ ਬਚਾਉਣ ਦੇ ਲਈ, ਜਿਨ੍ਹਾਂ ਨੇ ਕਿਉਂਕਿ ਅੱਗੇ ਇਨ ਫਿਊਚਰ ਦੇ ਵਿੱਚ 1 ਸਾਲ ਦੇ ਵਿੱਚ ਵੱਡੇ ਟੂਰਨਾਮੈਂਟਸ ਨੇ, 올림픽 ਵਰਗੇ ਟੂਰਨਾਮੈਂਟ ਨੇ, ਪੈਰਿਸ ਦੇ ਵਿੱਚ 올림픽 ਹੋਣੀਆਂ ਨੇ, ਤੇ ਫਿਰ ਮੈਡਲ ਦੀ ਉਮੀਦ ਇਦਾਂ ਉਹਨਾਂ ਨੂੰ ਇਦਾਂ ਸਟ੍ਰੈਸ ਦੇ ਵਿੱਚ ਕਰਕੇ ਮੈਡਲ ਦੀ ਉਮੀਦ ਕੀਤੀ ਜਾ ਸਕਦੀ? ਸ਼ਾਇਦ ਜਦੋਂ ਕੁਰਸੀ ਆ ਜਾਂਦੀ ਹੈ, ਜਦੋਂ ਸਿਆਸਤ ਆ ਜਾਂਦੀ ਹੈ, ਉਦੋਂ ਸਾਰੇ ਮੈਡਲ ਜਿਹੜੇ ਆ ਉਹ ਪਾਸੇ ਹੋ ਜਾਂਦੇ ਆ। ਇਹੀ ਪਾਰਟੀ ਉਹ ਆ ਜਿਹੜੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਦਿੰਦੀ ਹੁੰਦੀ ਸੀ। ਇਹੀ ਪਾਰਟੀ ਨੇ ਨਾਰਾ ਦਿੱਤਾ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ, ਤੇ ਅੱਜ ਧੀਆਂ ਸੜਕਾਂ ਦੇ ਉੱਤੇ ਨੇ। ਅੱਜ ਧੀਆਂ ਜਿਹੜੀਆਂ ਨੇ ਉਹ ਰੋ ਰਹੀਆਂ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ। ਇਹ ਸਮਾਂ ਉਹ ਸੀ ਜਦੋਂ ਇਹਨਾਂ ਨੇ ਮੈਡਲ ਜਿੱਤਣ ਦੇ ਲਈ ਤਿਆਰੀਆਂ ਕਰਨੀਆਂ ਸੀ, ਦਿਨ ਰਾਤ ਗਰਾਊਂਡਾਂ ਦੇ ਵਿੱਚ ਹੋਣਾ ਸੀ, ਪਰ ਇਹ ਖਿਡਾਰੀ ਸੜਕਾਂ ਦੇ ਉੱਤੇ ਨੇ। ਕਿਸ ਤੇ ਕਰਕੇ? ਮੈਂ ਤਾਂ ਇਹ ਕਹੂੰਗਾ ਇੱਕ ਸਿਰਫ ਰਾਜਨੀਤੀ ਦੇ ਕਰਕੇ। ਇਹ ਖਿਡਾਰੀ ਜਿਹੜੇ ਨੇ ਸਿਰਫ ਰਾਜਨੀਤੀ ਕਰਕੇ ਸੜਕਾਂ ਤੇ ਨੇ। ਪਰ ਬਾਈ ਜਜ਼ਬਾ ਤਾਂ ਫਿਰ ਵੀ ਖਿਡਾਰੀਆਂ ਦਾ ਕਿਤੇ ਨਾ ਕਿਤੇ ਉਸੇ ਤਰ੍ਹਾਂ ਦੇ ਨਾਲ। ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਕਿ ਜਿਹੜੇ ਮਹਿਲਾ ਪਹਿਲਵਾਨ ਨੇ ਜਾਂ ਹੋਰ ਜਿਹੜੇ ਉਹਨਾਂ ਦੇ ਸਮਰਥਨ ਦੇ ਵਿੱਚ ਪਹਿਲਵਾਨ ਉੱਥੇ ਬੈਠੇ ਨੇ, ਉਹਨਾਂ ਦੇ ਵੱਲੋਂ ਸੜਕਾਂ ਦੇ ਉੱਪਰ ਹੀ ਆਪਣੀ ਤਿਆਰੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਸੀ। ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਪਹਿਲਵਾਨਾਂ ਦਾ ਜਜ਼ਬਾ ਜਿਉਂਦਾ ਤਿਉਂ, ਦੂਸਰੇ ਪਾਸੇ ਬ੍ਰਿਜ ਭੂਸ਼ਣ ਦਾ ਜਜ਼ਬਾ ਵੀ ਜਿਉਂਦਾ ਤਿਉਂ। ਹੁਣ ਜਜ਼ਬੇ ਦੀ ਗੱਲ ਮੈਂ ਕਿਉਂ ਕਰੀ ਆ, ਮੈਂ ਥੋੜੀ ਜਿਹੀ ਉਹਦੇ ਪਿਛੋਕੜ ਤੇ ਝਾਤ ਮਰਵਾ ਦਿੰਦਾ। ਇਹ ਉਹੀ ਬ੍ਰਿਜ ਭੂਸ਼ਣ ਆ ਜਿਹਨੇ ਇੱਕ ਸਟੇਜ ਦੇ ਉੱਪਰ ਸ਼ਰੇਆਮ ਇੱਕ ਪਹਿਲਵਾਨ ਦੇ ਥੱਪੜ ਮਾਰਿਆ ਸੀ। ਇਹ ਉਹੀ ਬ੍ਰਿਜ ਭੂਸ਼ਣ ਆ ਜਦੋਂ ਟੂਰਨਾਮੈਂਟਾਂ ਦੇ ਵਿੱਚ ਕਿਸੇ ਖਿਡਾਰੀ ਨੂੰ ਜੱਜਮੈਂਟ ਚੰਗੀ ਨਹੀਂ ਲੱਗਦੀ ਤਾਂ ਉਹ ਸਿੱਧੀ ਪਹੁੰਚ ਬ੍ਰਿਜ ਭੂਸ਼ਣ ਦੇ ਕੋਲੇ ਕਰਦਾ ਹੈ ਤੇ ਬ੍ਰਿਜ ਭੂਸ਼ਣ ਦਾ ਆਸ਼ੀਰਵਾਦ ਲੈਂਦਾ ਆ, ਤੇ ਕਹਿੰਦੇ ਫਿਰ ਉਸ ਤੋਂ ਬਾਅਦ ਫੈਸਲਾ ਬ੍ਰਿਜ ਭੂਸ਼ਣ ਦਾ ਹੁੰਦਾ ਆ, ਰੈਫਰੀ ਦਾ ਫੈਸਲਾ ਉਸ ਤੋਂ ਬਾਅਦ ਕੁਝ ਵੀ ਨਹੀਂ। ਯਾਨੀ ਟੂਰਨਾਮੈਂਟ ਦਾ ਸਭ ਤੋਂ ਵੱਡਾ ਰੈਫਰੀ ਬ੍ਰਿਜ ਭੂਸ਼ਣ ਉਹਨਾਂ ਨੂੰ ਕਹਿ ਸਕਦੇ ਹਾਂ। ਬ੍ਰਿਜ ਭੂਸ਼ਣ ਹੁੰਦਾ ਆ। ਇਹ ਉਹੀ ਬ੍ਰਿਜ ਭੂਸ਼ਣ ਆ ਜਿਹੜਾ ਇੱਕ ਇੰਟਰਵਿਊ ਦੇ ਵਿੱਚ ਸ਼ਰੇਆਮ ਕਬੂਲਦਾ ਆ ਕਿ ਮੈਂ ਇੱਕ ਕਤਲ ਕੀਤਾ ਹੋਇਆ ਆ। ਇਹ ਉਹੀ ਬ੍ਰਿਜ ਭੂਸ਼ਣ ਆ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੁੰਦਾ ਤੇ ਇਹਦੀ ਵਾਈਫ ਜਿਹੜੀ ਆ ਉਹ ਜਿੱਤ ਜਾਂਦੀ ਆ। ਸ਼ਾਇਦ ਇਹੀ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਬੀਜੇਪੀ ਵੱਲੋਂ ਸਟੈਂਡ ਨਹੀਂ ਲਿਆ ਜਾ ਰਿਹਾ। ਦੂਜੀ ਗੱਲ ਇਹਦੀ ਸਟਰੋਂਗ, ਜੇ ਮੈਂ ਇਹਨੂੰ ਕਹਿੰਦਾ ਕਿ ਇਹ ਭਾਈ ਬੜਾ ਤਾਕਤਵਰ ਆ, ਇਹ ਚੀਜ਼ਾਂ ਖਿਡਾਰੀ ਵੀ ਕਹਿੰਦੇ ਨੇ ਕਿ ਇਹ ਬੜਾ ਤਾਕਤਵਰ ਆ। ਉਹਨਾਂ ਦੀ ਅੱਖਾਂ ਦੇ ਵਿੱਚ ਇਹ ਗੱਲਾਂ ਕਹਿੰਦੇ ਕਿ ਅਥਰੂ ਆ ਜਾਂਦੇ ਨੇ। 50 ਉਹ ਜਿਹੜੇ ਕਾਲਜਸ ਨੇ ਉਹ ਚਲਾਉਂਦਾ ਆ ਇਹ।
MLA ਦਾ ਮੁੰਡਾ ਆ, 6 ਸਾਲਾਂ ਤੋਂ MP ਆ। ਕੀ ਕਾਰਨ ਇਹ ਕੀ ਆ? 6 ਟਰਮ ਤੋਂ MP ਆ, 6 ਟਰਮ ਹੋ ਚੱਲੇ ਨੇ। 1900 ਲੈ ਕੇ 90 ਤੋਂ ਇਹ MP ਬਣਦਾ ਆ ਰਿਹਾ। ਤਾਂ ਕਾਰਨ ਮਤਲਬ ਇੱਥੇ ਇਹ ਕਹਿਣਾ ਕੋਈ ਗਲਤ ਨਹੀਂ ਆ। ਹਾਲ ਦੀ ਘੜੀ ਤੱਕ ਜਿਵੇਂ BJP ਦਾ ਬਿਆਨ ਨਹੀਂ ਆਇਆ, ਤਾਂ ਹਾਲ ਦੀ ਘੜੀ ਤੱਕ ਇਹੀ ਹੈ ਕਿ ਰਾਜਨੀਤੀ ਭਾਰੂ ਪੈ ਗਈ ਆ ਸਾਡੇ 골ਡ ਮੈਡਲਾਂ ਤੇ, ਸਾਡੀਆਂ ਖਿਡਾਰਨਾਂ ਤੇ, ਸਾਡੇ ਪਹਿਲਵਾਨਾਂ ਤੇ, ਜਿਹੜੀ ਕਿ ਸਰਾਸਰ ਗਲਤ ਆ। ਤੇ ਇਹ ਚੀਜ਼ ਭਾਰੀ BJP ਨੂੰ ਵੀ ਆਉਣ ਵਾਲੇ ਸਮੇਂ 'ਚ ਪਊਗੀ, ਚਾਹੇ ਹਰਿਆਣੇ ਦੇ ਵਿੱਚ ਚੋਣਾਂ ਹੋਣ, 2024 ਦੇ ਵਿੱਚ, ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਵੀ ਚੋਣਾਂ ਨੇ, ਉਹਨਾਂ ਟਾਈਮਾਂ ਤੇ BJP ਨੂੰ ਵੀ ਇਹ ਚੀਜ਼ ਭਾਰੀ ਪੈਣ ਵਾਲੀ ਆ। ਬਾਈ ਹੁਣ 1990 ਤੋਂ ਮੈਂਬਰ ਪਾਰਲੀਮੈਂਟ ਨੇ, ਇਹਨਾਂ ਦਾ ਬੇਟਾ MLA ਹੈਗਾ, ਇਹਨਾਂ ਦੀ ਵਾਈਫ ਜਿਹੜੀ ਇਹਨਾਂ ਦੇ ਜੇਲ੍ਹ ਦੇ ਸਫ਼ਰ ਦੌਰਾਨ ਹੀ ਜਿਹੜੀ ਆ ਇਲੈਕਸ਼ਨ ਜਿੱਤ ਜਾਂਦੇ ਨੇ। ਮਤਲਬ ਕਿ ਹੁਣ ਇੱਕ ਮੈਂਬਰ ਪਾਰਲੀਮੈਂਟ ਸਰਕਾਰ ਦੇ ਉੱਪਰ ਇੰਨਾ ਭਾਰੀ ਪੈ ਚੁੱਕਿਆ ਕਿ ਸਰਕਾਰ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਮੇਰੇ ਖਿਲਾਫ ਤੁਸੀਂ ਬਿਆਨ ਨਹੀਂ ਦੇਣਾ। ਗੱਲ ਪਤਾ ਕੀ ਹੁੰਦੀ ਆ, ਜਦੋਂ ਮਤਲਬ ਆਪਾਂ ਬਹੁਤੇ ਲੀਡਰਾਂ ਦੀਆਂ ਉਦਾਹਰਨਾਂ ਚੱਕ ਲਈਏ, ਜਦੋਂ ਪਤਾ ਹੁੰਦਾ ਕਿ ਕਿਸੇ ਲੀਡਰ ਦਾ ਰਸੂਖ ਇਸ ਸਟੇਟ ਦੇ ਵਿੱਚ, ਕਿਸੇ ਲੀਡਰ ਦਾ ਰਸੂਖ ਇਸ ਏਰੀਏ ਦੇ ਵਿੱਚ, ਇਸ ਖਿੱਤੇ ਦੇ ਵਿੱਚ ਖਾਸ ਇੰਨਾ ਆ, ਤਾਂ ਪਾਰਟੀਆਂ ਨੂੰ ਸਭ ਕੁਝ ਛੋਟਾ ਲੱਗਣ ਲੱਗ ਜਾਂਦਾ ਹੁੰਦਾ। ਉਸ ਵੇਲੇ ਪਾਰਟੀਆਂ ਨੂੰ ਉਹ ਲੀਡਰ ਮਾਈ ਬਾਪ ਲੱਗਦੇ ਆ, ਉਸ ਵੇਲੇ ਪਾਰਟੀਆਂ ਨੂੰ ਉਹ ਲੀਡਰ ਵੱਡੇ ਲੱਗਦੇ ਆ, ਉਸ ਵੇਲੇ ਪਾਰਟੀਆਂ ਦੇ ਲਈ ਸਭ ਕੁਝ ਉਹ ਲੀਡਰ ਹੁੰਦੇ ਨੇ। ਕਿਉਂ? ਕਿਉਂਕਿ ਉਹ ਸੀਟ ਉਹਨਾਂ ਨੂੰ ਦਿਖਾਈ ਦਿੰਦੀ ਹੁੰਦੀ ਆ, ਉਹ ਕੁਰਸੀ ਉਹਨਾਂ ਨੂੰ ਦਿਖਾਈ ਦਿੰਦੀ ਹੁੰਦੀ ਆ। ਉਹਨੂੰ ਹੁੰਦਾ ਖਿਡਾਰੀਆਂ ਦਾ ਕੀ ਹੈ, ਇਹ 4 ਖਿਡਾਰੀ ਨੇ, ਖਿਡਾਰੀ ਹੋਰ ਬਣਾ ਲਾਂਗੇ, ਸਾਥੋਂ ਕਿਤੇ ਸਾਡੀ ਸੀਟ ਨਾ ਖੁੱਸ ਜੇ, ਸਾਥੋਂ ਕਿਤੇ ਇਹ ਕਿਤੇ ਦੀ ਇਸ ਏਰੀਏ ਦੀ ਪਾਵਰ ਆ ਜਿਹੜੀ ਸਾਥੋਂ ਉਹ ਨਾ ਖੁੱਸ ਜੇ। ਕਿਹਾ ਇਹ ਵੀ ਜਾ ਰਿਹਾ ਉਹਨਾਂ ਖਿਡਾਰੀਆਂ ਨੂੰ ਕਿ ਹੁਣ ਇਹਨਾਂ ਦੀ ਟਰਮ ਜਿਹੜੀ ਆ ਲੰਘ ਗਈ ਆ, ਉਹਨਾਂ ਦੀ ਟਰਮ ਚੱਲ ਗਈ ਆ। ਇਹ ਤਾਂ ਕਰਕੇ ਟਰਮ ਚੱਲ ਗਈ, ਭਾਵ ਵੀ ਹੁਣ ਇਹ ਖੇਡ ਚੁੱਕੀਆਂ ਨੇ, ਹੁਣ ਇਹਨਾਂ ਤੋਂ ਕੁਝ ਅੱਗੇ ਹੋ ਨਹੀਂ ਰਿਹਾ, ਮੈਡਲ ਲਿਆ ਨਹੀਂ ਸਕਦੀਆਂ, ਤਾਂ ਕਰਕੇ ਇਹ ਜਿਹੜੀਆਂ ਰੌਲਾ ਪਾ ਰਹੀਆਂ ਨੇ। ਇਲਜ਼ਾਮ ਇੱਥੋਂ ਤੱਕ ਵੀ ਲੱਗ ਰਹੇ ਨੇ ਕਿ ਦਪਿੰਦਰ ਹੁੱਡਾ ਹੋਰਾਂ ਦੇ ਵੱਲੋਂ ਜਿਹੜਾ ਇਹਨਾਂ ਨੂੰ ਲਿਆ ਕੇ ਖੜਾ ਕੀਤਾ, ਕਿਉਂਕਿ ਦਪਿੰਦਰ ਹੁੱਡਾ ਵੱਲ ਪਿਛਲੀ ਚੋਣ ਜਿਹੜੀ ਆ ਉਹ ਹਾਰੇ ਸੀ, ਤਾਂ ਉਹ ਵੀ ਇਲਜ਼ਾਮ ਜਿਹੜੇ ਹੈਗੇ ਆ ਉਹ ਇਹਨਾਂ ਦੇ ਉੱਪਰ ਲਗਾਏ ਜਾ ਰਿਹਾ। ਭਾਵ ਜੇਕਰ ਬ੍ਰਿਜ ਭੂਸ਼ਣ ਦੀ ਗੱਲ ਕਰ ਲਈਏ ਤਾਂ ਉਹ ਇੱਥੋਂ ਤੱਕ ਕਹਿੰਦੇ ਨੇ ਕਿ ਮੈਂ ਫਾਂਸੀ ਲੱਗਣ ਨੂੰ ਵੀ ਤਿਆਰ ਹਾਂ, ਮੈਂ ਅਸਤੀਫਾ ਦੇਣ ਨੂੰ ਵੀ ਤਿਆਰ ਹਾਂ। ਜਦੋਂ ਬ੍ਰਿਜ ਭੂਸ਼ਣ ਕਹਿ ਰਿਹਾ ਕਿ ਮੈਂ ਅਸਤੀਫਾ ਦੇਣ ਨੂੰ ਵੀ ਤਿਆਰ ਹਾਂ, ਮੈਂ ਫਾਂਸੀ ਲੱਗਣ ਨੂੰ ਵੀ ਤਿਆਰ ਹਾਂ, ਤਾਂ ਫਿਰ ਮੈਂ ਇਹਨੂੰ ਇਹ ਨਹੀਂ ਸਮਝ ਆਉਂਦੀ ਕਿ ਘਾਟ ਕਿਹੜੇ ਪਾਸੇ ਆ, ਕਮੀ ਕਿੱਧਰਲੇ ਪਾਸੇ ਰਹਿ ਗਈ। ਜਾਂਚ ਦੇ ਵਿੱਚ ਸਹਿਯੋਗ ਜਿਹੜਾ ਕਰ ਦੇਣਾ ਚਾਹੀਦਾ ਉਹਨਾਂ ਨੂੰ ਅਸਤੀਫਾ ਦੇ ਕੇ, ਕਿ ਜੇਕਰ ਮੈਂ ਸੱਚਾ ਹੋਊਂਗਾ ਤਾਂ ਜਾਂਚ ਦੇ ਵਿੱਚੋਂ ਮੈਂ ਨਿਕਲ ਆਊਂਗਾ ਸਾਫ਼-ਸਾਫ਼। ਕਰ ਦੇ ਸਹਿਯੋਗ ਦੀ ਗੱਲ ਕਰ ਲਈਏ, ਜਿਹੜੀ ਜਾਂਚ ਹੁੰਦੀ ਹੈ ਉਹਦੇ ਉੱਪਰ ਵੀ ਖਿਡਾਰਨਾਂ ਵੱਲੋਂ ਇਲਜ਼ਾਮ ਇਹ ਲੱਗਦੇ ਨੇ ਕਿ ਸਾਡੇ ਤਾਂ ਬਿਆਨ ਸਹੀ ਤਰ੍ਹਾਂ ਦੇ ਨਾਲ ਲਏ ਨਹੀਂ ਗਏ। ਤਾਂ ਪੱਤਰਕਾਰ ਇਹ ਪੁੱਛਦੇ ਨੇ ਕਿ ਭਾਈ ਤੁਸੀਂ ਪਹਿਲਾਂ ਪੁਲਿਸ ਦੇ ਕੋਲੇ ਜਾਣਾ ਸੀ, ਤੁਸੀਂ ਧਰਨਾ ਪਹਿਲਾਂ ਲਾ ਲਿਆ, ਤੁਸੀਂ ਪਹਿਲਾਂ ਪੁਲਿਸ ਦੇ ਕੋਲੇ ਜਾਣਾ ਸੀ। ਤਾਂ ਉਹ ਕਹਿੰਦੇ ਨੇ ਕਿ ਅਸੀਂ ਪੁਲਿਸ ਦੇ ਕੋਲੇ ਵੀ ਗਏ ਸੀ, ਖਿਡਾਰਨਾਂ ਪੁਲਿਸ ਦੇ ਕੋਲੇ ਗਈਆਂ ਸੀ, ਪਰ ਪੁਲਿਸ ਵੱਲੋਂ ਵੀ ਸਹੀ ਤਰ੍ਹਾਂ ਦੇ ਨਾਲ ਜਾਂਚ ਜਿਹੜੀ ਆ ਨਹੀਂ ਕੀਤੀ ਜਾਂਦੀ। FIR ਦੀ ਗੱਲ ਹੁੰਦੀ ਹੈ, ਜੇਕਰ ਤੇਰੇ ਮੇਰੇ ਵਰਗਾ ਕੁਝ ਵੀ ਕਰ ਦਿੰਦਾ ਤਾਂ ਮੈਨੂੰ ਲੱਗਦਾ ਸ਼ਾਇਦ ਚੁਟਕੀ ਬਾਅਦ ਦੇ ਵਿੱਚ ਵੱਜਦੀ ਹੈ, FIR ਪਹਿਲਾਂ ਹੋ ਜਾਂਦੀ। ਬਿਲਕੁਲ। ਪਰ ਇਹ ਉਹ ਇਨਸਾਨ ਨੇ ਜਿਨ੍ਹਾਂ ਦੇ ਉੱਪਰ ਕਹਿੰਦੇ ਆ ਕਿ ਜਾਂਚ ਜਿੰਨਾ ਚਿਰ ਕੰਪਲੀਟ ਨਹੀਂ ਹੁੰਦੀ ਅਸੀਂ ਉਹਨਾਂ ਚਿਰ FIR ਨਹੀਂ ਕਰਦੇ। 6 ਤੋਂ 7 ਖਿਡਾਰਨਾਂ ਉਹ ਨੇ ਜਿਹੜੀਆਂ ਇਹ ਚੀਜ਼ਾਂ ਲੈ ਕੇ ਆਈਆਂ ਨੇ ਕਿ ਸਾਡੇ ਨਾਲ ਸੈਕਸ਼ੂਅਲ ਹਰਾਸਮੈਂਟ ਜਿਹੜੀ ਆ ਉਹ ਹੋਈ ਆ, ਸਾਡੇ ਨਾਲ ਹੋਈ ਆ। ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦੇ ਤਹਿਤ ਆਪਣਾ ਝੰਡਾ, ਆਪਣੀਆਂ ਗੱਲਾਂ ਕਰਨ ਵਾਲੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਉਹ ਵੀ ਲਗਾਤਾਰ ਜਿਹੜੇ ਪਿਛਲੇ ਸਮਿਆਂ ਤੋਂ ਬਣਦੇ ਆਏ ਨੇ। ਤੇ ਵੱਡੀ ਗੱਲ ਇਹ ਆ ਕਿ ਪਾਰਟੀ ਦਾ ਬਿਆਨ ਇੱਥੇ ਨਾ ਆਉਣਾ। ਇੱਥੇ ਇੱਕ ਇਹ ਕਹਿੰਦੇ ਨੇ ਨਾ ਕਿ ਇੰਡੀਆ ਨੂੰ ਜਿਹੜਾ ਹੈਗਾ ਇਹ ਗਲਤ ਮੈਸੇਜ ਗਿਆ ਗਾ। ਗਲਤ ਮੈਸੇਜ ਇਹ ਨਹੀਂ ਗਿਆ ਕਿ ਪਹਿਲਵਾਨ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਬੈਠੇ ਨੇ, ਗਲਤ ਮੈਸੇਜ ਇਹ ਜਾ ਰਿਹਾ ਕਿ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਾ ਆਉਣਾ, ਇਹ ਗਲਤ ਮੈਸੇਜ ਜਾ ਰਿਹਾ। ਗਲਤ ਮੈਸੇਜ ਕਿਸ ਤਰ੍ਹਾਂ ਜਾ ਰਿਹਾ ਕਿ ਹੁਣ ਕੋਈ ਖਿਡਾਰੀ ਜਾਂ ਕੋਈ ਮਾਪੇ ਜਿਹੜੇ ਆ ਆਪਣੀ ਧੀ ਨੂੰ ਖਿਡਾਰੀ ਬਣਾਉਣ ਦੇ ਲਈ ਉਤਾਰਨਗੇ, ਆਉਣ ਵਾਲੇ ਖਿਡਾਰੀਆਂ ਦੇ ਫਿਊਚਰ ਦੇ ਨਾਲ ਵੀ ਕਿਤੇ ਆਉਣ ਵਾਲੇ ਖਿਡਾਰੀਆਂ ਦੇ ਫਿਊਚਰ ਦੇ ਨਾਲ ਖਿਲਵਾੜਾ, ਪਲੱਸ ਉਹਨਾਂ ਮਾਪਿਆਂ ਦੇ ਮਨ ਦੇ ਵਿੱਚ ਸ਼ੰਕਾ, ਮਨ ਦੇ ਵਿੱਚ ਇੱਕ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਕਿ ਅੱਛਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਵਿੱਚ ਇੱਦਾਂ ਹੁੰਦਾ ਆ। ਤਾਂ ਜਿਹਨੇ ਸੋਚਿਆ ਕਿ ਮੇਰੀ ਧੀ ਵੀ ਕੱਲ੍ਹ ਨੂੰ ਫੋਗਾਟ ਭੈਣਾਂ ਦੀ ਤਰ੍ਹਾਂ ਜਿਹੜੀ ਆ ਉਹ ਬਣੂਗੀ, ਤਾਂ ਸ਼ਾਇਦ ਉਹ ਹੁਣ ਕਿਤੇ ਨਾ ਕਿਤੇ ਇੱਕ ਪੈਰ ਪਿੱਛੇ ਪੱਟਣਗੇ, ਆਪਣੇ ਆਪ ਨੂੰ ਪਿੱਛੇ ਖਿੱਚਣਗੇ। ਕਿਉਂ ਕਿ ਜੇ ਇਹਨਾਂ ਧੀਆਂ ਦੇ ਨਾਲ ਹੋ ਸਕਦਾ ਜਿਹੜੀਆਂ ਵਰਲਡ ਲੈਵਲ ਤੱਕ ਖੇਡੀਆਂ ਨੇ, ਜਿਹੜੀਆਂ ਓਲੰਪਿਕ ਤੱਕ ਖੇਡੀਆਂ ਨੇ, ਜਿਨ੍ਹਾਂ ਦੀ ਗੱਲ ਦੇ ਵਿੱਚ 골ਡ ਮੈਡਲ ਆ, ਤਾਂ ਫਿਰ ਅਸੀਂ ਕੀ ਆ? ਅਸੀਂ ਤਾਂ ਹਾਲੇ ਖੇਡਣਾ ਸ਼ੁਰੂ ਕਰਨਾ, ਅਸੀਂ ਤਾਂ ਹਾਲੇ ਖੇਡਣ ਦੀ ਸ਼ੁਰੂਆਤ ਕਰਨੀ ਆ। ਤਾਂ ਇਹ ਜਿਵੇਂ ਕਹਿ ਦਈਏ ਨਾ ਕਿ ਗਲਤ ਇਹ ਮੈਸੇਜ ਨਹੀਂ ਗਿਆ, ਗਲਤ ਮੈਸੇਜ ਇਹ ਜਾ ਰਿਹਾ ਕਿ ਤੁਹਾਡਾ ਕਿਸੇ ਤਰ੍ਹਾਂ ਬਿਆਨ ਨਾ ਆਉਣਾ। ਜੇਕਰ ਤੁਸੀਂ ਵਾਕਿਆ ਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਕੰਮ ਕਰ ਰਹੇ ਹੁੰਦੇ, ਇਸ ਸਲੋਗਨ ਦੇ ਉੱਪਰ ਕੰਮ ਕਰ ਰਹੇ ਹੁੰਦੇ, ਤਾਂ ਪਹਿਲਾਂ ਉਸ ਇਨਸਾਨ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਹੁੰਦਾ,
ਪਹਿਲਾਂ ਉਸ ਇਨਸਾਨ ਦੇ ਉੱਪਰ ਕਾਰਵਾਈ ਕੀਤੀ ਹੁੰਦੀ, ਉਸ ਤੋਂ ਬਾਅਦ ਗੱਲਬਾਤ ਜਿਹੜੀ ਆ ਅੱਗੇ ਕਰਨੀ ਸੀ ਕਿ ਹਾਂਜੀ ਹੁਣ ਦੱਸੋ ਕੀ ਆ। ਕਿਉਂਕਿ ਇੱਕ ਦਾ ਇਲਜ਼ਾਮ ਮੰਨ ਲਾਂਗੇ ਗਲਤ ਆ, ਦੋ ਦਾ ਇਲਜ਼ਾਮ ਮੰਨ ਲਾਂਗੇ ਗਲਤ ਆ, ਤਿੰਨ ਦਾ ਇਲਜ਼ਾਮ ਮੰਨ ਲਾਂਗੇ ਗਲਤ ਆ। ਵਰਲਡ ਲੈਵਲ ਦੇ ਜਿਹੜੇ ਪਹਿਲਵਾਨ ਆਏ ਨੇ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ। ਰਾਜਨੀਤਿਕ ਪਾਰਟੀਆਂ ਆਈਆਂ ਨੇ, ਪ੍ਰਿੰਕਾ ਗਾਂਧੀ ਆਏ ਨੇ, ਅਰਵਿੰਦ ਕੇਜਰੀਵਾਲ ਆਏ ਨੇ। ਇਹ ਇੱਕ ਚੀਜ਼ ਇੱਕ ਵਾਰੀ ਇਹ ਤਾਂ ਮੰਨ ਕੇ ਚੱਲਣਾ ਪੈਣਾ, ਉਹਨਾਂ ਨੂੰ ਵੋਟਾਂ ਦੇਣੀਆਂ, ਉਹਨਾਂ ਨੂੰ ਪਹਿਲਵਾਨਾਂ ਤੱਕ ਕੋਈ ਮਤਲਬ ਨਹੀਂ। ਸ਼ਾਇਦ ਜੇ ਇਹਨਾਂ ਪਾਰਟੀਆਂ ਦੇ ਵਿੱਚੋਂ ਵੀ ਕੋਈ ਰੂਲਿੰਗ ਦੇ ਵਿੱਚ ਇਸ ਵੇਲੇ ਰੂਲ ਕਰ ਰਹੀ ਹੁੰਦੀ ਤਾਂ ਸ਼ਾਇਦ ਇਹਨਾਂ ਨੇ ਵੀ ਇਹੀ ਕੁਝ ਕਰਨਾ ਸੀ ਜਿਹੜੀ ਪਾਰਟੀ ਕਰੇ, ਇਹਨਾਂ ਨੂੰ ਵੋਟਾਂ ਦਿੰਦੀਆਂ ਨੇ। ਤਾਂ ਹੁਣ ਜਦੋਂ ਇਕੱਠ ਹੁੰਦਾ ਦਿਖਿਆ ਤਾਂ ਹੁਣ ਹੋਰ ਵੀ ਕਈ ਜਥੇਬੰਦੀਆਂ ਜਿਹੜੀਆਂ ਆ ਰਹੇ ਨੇ ਉਹਨਾਂ ਕੋਲੇ ਆ ਰਹੇ ਨੇ। ਤਾਂ ਭਾਵ ਇਹ ਅੰਦੋਲਨ ਕਿਤੇ ਨਾ ਕਿਤੇ ਜੜ੍ਹਾਂ ਦੇ ਵਿੱਚ ਬੈਠਣ ਦਾ ਕੰਮ ਜਿਹੜਾ ਉਹ ਜ਼ਰੂਰ ਕਰੂਗਾ, ਕਿਤੇ ਨਾ ਕਿਤੇ ਗਲਤ ਸਾਬਤ ਇਹਨਾਂ ਦੇ ਲਈ ਜ਼ਰੂਰ ਹੋ। ਹਾਂ ਜੇ ਲੰਮਾ ਚੱਲ ਗਿਆ, ਜੇ ਇਸ ਤੋਂ ਬਾਅਦ ਇਹ ਕਿਸੇ ਤਰ੍ਹਾਂ ਦਾ ਫੈਸਲਾ ਲੈ ਲੈਂਦੇ ਨੇ, ਕਿਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਫੈਸਲਾ ਪਹਿਲਵਾਨਾਂ ਦੇ ਹੱਕ ਦੇ ਵਿੱਚ ਜਾਂ ਜਾਂਚ, ਅਸੀਂ ਇਹ ਵੀ ਨਹੀਂ ਕਹਿੰਦੇ ਕਿ ਪਹਿਲਵਾਨਾਂ ਦੇ ਹੱਕ ਦੇ ਵਿੱਚ, ਪਰ ਜਿੰਨਾ ਹੁਣ ਤੱਕ ਦੇਖਿਆ, ਕੱਲ੍ਹ ਦੇਖਿਆ ਜਦੋਂ ਬਾਰਿਸ਼ ਆਉਂਦੀ ਆ, ਬਾਰਿਸ਼ ਦੇ ਵਿੱਚ ਉਹਨਾਂ ਦੇ ਜਿਹੜੇ ਗੱਦਿਆਂ 'ਤੇ ਉਹ ਪੈਂਦੀ ਸੀ, ਗੱਦੇ ਭਿੱਜ ਜਾਂਦੇ ਆ। ਉਸ ਤੋਂ ਬਾਅਦ ਉਹ ਇੱਕ ਜਸਟ ਲੱਕੜ ਦੇ ਜਿਹੜੇ ਬੈੱਡ ਨੋਰਮਲ ਹੁੰਦੇ ਆ ਹੋਸਟਲਾਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਆ, ਉਹ ਬੈੱਡ ਲਿਜਾਣ ਦੀ ਕੋਸ਼ਿਸ਼ ਕਰਦੇ ਆ। ਕਹਿੰਦੇ ਆ ਜੀ ਤੁਹਾਨੂੰ ਇਹ ਮਤਲਬ ਫੱਟੇ ਕਹਿ ਲਈਏ, ਫੱਟਿਆਂ ਦੇ ਥੱਲੇ ਉਹ ਐਂਗਲਾਂ ਜਿਹੀਆਂ ਲੱਗੀਆਂ ਨੇ, ਇਹ ਫੱਟੇ ਲਿਜਾਣ ਦੀ ਵੀ ਤੁਹਾਨੂੰ ਆਗਿਆ ਹੈ ਨਹੀਂ। ਯਾਰ ਜਿਨ੍ਹਾਂ ਨੇ ਮੈਡਲ ਜਿੱਤੇ, ਯਾਰ ਜਿਨ੍ਹਾਂ ਨੇ ਸਾਡਾ ਝੰਡਾ ਲਹਿਰਾਇਆ, ਯਾਰ ਜਿਨ੍ਹਾਂ ਨੇ ਸਾਡਾ ਸੀਨਾ ਚੌੜਾ ਕੀਤਾ, ਹੁਣ ਉਹਨਾਂ ਨੂੰ ਫੱਟਿਆਂ 'ਤੇ ਪੈਣ ਦੀ ਇਜਾਜ਼ਤ ਵੀ ਸੋਥੋਂ ਲੈਣੀ ਪਊ ਅਤੇ ਉਹਨਾਂ ਸ਼ਰਾਬੀ ਪੁਲਿਸ ਵਾਲਿਆਂ ਤੋਂ ਲੈਣੀ ਪਊ ਜਿਨ੍ਹਾਂ ਸ਼ਰਾਬੀ ਪੁਲਿਸ ਵਾਲਿਆਂ ਨੂੰ ਉਹਨਾਂ ਧੀਆਂ ਦੇ ਉੱਤੇ ਜਿਹੜਾ ਹੈਗਾ ਗਾ ਜਿਵੇਂ ਕਹਿੰਦੇ ਨੇ ਕਿ ਇਲਜ਼ਾਮ ਨੇ ਕਿ ਕੁੱਟਮਾਰ ਤੱਕ ਕੀਤੀ ਆ, ਜਿਨ੍ਹਾਂ ਦੇ ਸਿਰ ਦੇ ਉੱਪਰ ਸੱਟ ਜਿਹੜੀ ਇੱਕ ਫੁਗਾੜ ਦੇ ਲੱਗੀ ਆ। ਤਾਂ ਹੁਣ ਉਹਨਾਂ ਤੋਂ ਇਜਾਜ਼ਤ ਲੈਣੀ ਪਊ। ਮਤਲਬ ਉਹ ਵੀ ਇਜਾਜ਼ਤ ਕਹਿੰਦੇ ਆ ਤੁਹਾਡੇ ਕੋਲੇ ਨਹੀਂ ਆ। ਰਾਤ ਉਹ ਪਹਿਲਵਾਨ ਜਿਹੜੇ ਨੇ ਸੜਕਾਂ 'ਤੇ ਬੈਠੇ, ਹਾਲਾਂਕਿ ਰੋ ਪਹਿਲਾਂ ਤੁਰੇ ਸੀ, ਰਾਤ ਉਹਨਾਂ ਦੀ ਪੁੱਬ ਨਿਕਲੀ ਆ। ਇਹ ਚੀਜ਼ਾਂ ਦੇਖ ਕੇ ਸਾਡੇ ਨਾਲ ਧੱਕਾ ਹੋ ਰਿਹਾ ਪਹਿਲਵਾਨਾਂ ਬਾਈ ਜੀ। ਜਦੋਂ ਇਹੀ ਪਹਿਲਵਾਨ ਜਿਹੜੇ ਨੇ, ਚਾਹੇ ਬਜਰੰਗ ਪੂਨੀਆ ਜਿਹੜੇ 올림픽 ਦੇ ਬ੍ਰੌਂਜ਼ ਮੈਡਲਿਸਟ ਨੇ, ਵੱਡਾ ਨਾਮ, ਚਾਹੇ ਸਾਕਸ਼ੀ ਹੋਣੀ ਨੇ, ਫੋਗਾਟ ਸਿਸਟਰਸ ਨੇ, ਸਾਰੇ ਨੇ ਹਨਾ, ਜਦੋਂ ਇਹੀ ਲੋਕ ਵੱਡੇ ਟੂਰਨਾਮੈਂਟ ਦੇ ਵਿੱਚ ਮੈਡਲ ਜਿੱਤਦੇ ਨੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤਾਂ ਉਹਨਾਂ ਦੇ ਨਾਲ ਫੋਟੋਜ਼ ਵੀ ਸ਼ੇਅਰ ਕਰਦੇ ਨੇ, ਉਹਨਾਂ ਦੇ ਨਾਲ ਟੀ-ਸ਼ਰਟ ਆਪਣਾ ਆਟੋਗ੍ਰਾਫ ਕਰਕੇ ਆਕਸ਼ਨ ਤੱਕ ਵੀ ਉਹਨਾਂ ਨੇ ਚੀਜ਼ਾਂ ਕੀਤੀਆਂ ਜਾਂਦੇ ਨੇ। ਇੱਕ ਟਵੀਟ ਬ੍ਰਿਜ ਭੂਸ਼ਣ ਯਾਦਵ ਮਾਮਲੇ ਤੇ ਵੀ ਮੋਦੀ ਸਾਹਿਬ ਨੂੰ ਤਾਂ ਫਿਰ ਕਰਨਾ ਚਾਹੀਦਾ ਸੀ। ਅਸੀਂ ਸਿਰਫ ਨਾਗਰਿਕਾਂ, ਸਾਨੂੰ ਹਾਲੇ ਵੀ ਇਸ ਚੀਜ਼ ਦਾ ਫਿਰ ਵੀ ਦੁਖਾਂਤ ਲੱਗਦਾ। ਅਸੀਂ ਸਿਰਫ ਭਾਰਤ ਦੇ ਨਾਗਰਿਕਾਂ, ਭਾਰਤ ਦੇ ਵਸਨੀਕ ਹਾਂ, ਸਾਨੂੰ ਇਸ ਚੀਜ਼ ਦਾ ਦੁਖਾਂਤ ਲੱਗਦਾ। ਸੋਚ ਕੇ ਦੇਖੋ ਸੰਸਾਰ ਕਿ ਉਹਨਾਂ ਨੂੰ ਕਿੰਨਾ ਦੁਖਾਂਤ ਲੱਗਿਆ ਹੋਣਾ ਜਿਹਨੇ ਮੈਡਲ ਜਿੱਤੇ ਹੋਣਗੇ। ਕੋਈ ਇਹ ਚੁਟਕੀ ਦੀ ਖੇਡ ਤਾਂ ਹੈ ਨਹੀਂ ਕਿ ਪਹਿਲਵਾਨ ਬਣ ਜਾਣਾ, ਚੁਟਕੀਆਂ ਦੇ ਵਿੱਚ ਪਹਿਲਵਾਨ ਬਣਦਾ। ਪਹਿਲਾਂ ਘਰ ਖਾਣਾ ਪੈਂਦਾ, ਕਿੰਨਾ ਸਮਾਂ ਆਪਦਾ ਜਿਹੜਾ ਹੈਗਾ ਲਾਉਣਾ ਪੈਂਦਾ ਆ, ਚੰਮ ਫੂਕਣਾ ਪੈਂਦਾ, ਉਸ ਤੋਂ ਬਾਅਦ ਕਿਤੇ ਜਾ ਕੇ ਪਹਿਲਵਾਨ ਬਣਦਾ। ਤੇ ਉਸ ਤੋਂ ਬਾਅਦ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਆਵੇ, ਸੁਭਾਵਿਕ ਤੌਰ ਤੇ ਗਰਵ ਦੀ ਗੱਲ ਹੁੰਦੀ ਆ, ਪ੍ਰਾਊਡ ਮੂਮੈਂਟ ਹੁੰਦੇ ਨੇ, ਚਾਹੇ ਕੋਈ ਵੀ ਹੋਵੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਜਿਹੜਾ ਹੈਗਾ ਸਨਮਾਨਿਤ ਕੀਤਾ। ਉਸ ਵੇਲੇ ਸ਼ਾਇਦ ਪਾਰਟੀਬਾਜੀ ਪਾਸੇ ਰਹਿੰਦੀ ਸੀ, ਦੇਖਦਾ ਕਿ ਦੇਸ਼ ਦਾ ਨੁਮਾਇੰਦਾ ਆ, ਪ੍ਰਧਾਨ ਮੰਤਰੀ ਆ, ਹੁਕਮਰਾਨ ਆ। ਤੇ ਉਸ ਤੋਂ ਬਾਅਦ ਉਸੇ ਹੁਕਮਰਾਨ ਤੋਂ ਫਿਰ ਆਸਾਂ ਉਮੀਦਾਂ ਜ਼ਰੂਰ ਇਹ ਲਾਈਆਂ ਜਾਂਦੀਆਂ ਨੇ ਕਿ ਨਹੀਂ, ਕਿਉਂਕਿ ਜਦੋਂ ਸਾਡੇ ਵਾਂਗੂ ਆ ਕੇ ਗੱਲਾਂ ਬਾਤਾਂ ਕੀਤੀਆਂ ਹੋਣਗੀਆਂ ਤਾਂ ਉਹਨੂੰ ਲੱਗਿਆ ਹੋਣਾ ਕਿ ਨਹੀਂ ਸਾਡੇ ਵਰਗੇ ਨੇ, ਪਰ ਉਹਨਾਂ ਹੁਕਮਰਾਨ ਤੋਂ ਇਹਨਾਂ ਨੇ ਆਸਾਂ ਉਮੀਦਾਂ ਜਿਹੜੀਆਂ ਲਾਈਆਂ ਹੋਣਗੀਆਂ। ਜਦੋਂ ਮੈਡਲ ਮਿਲਦੇ ਨੇ ਤਾਂ ਉਦੋਂ ਹੀ ਹੁਕਮਰਾਨ ਇਹਨਾਂ ਦੇ ਕੋਲੇ ਜਾਂਦੇ ਨੇ। ਹੁਣ ਇਹੀ ਖਿਡਾਰੀ ਸੜਕਾਂ 'ਤੇ ਬੈਠੇ ਉਸੇ ਹੁਕਮਰਾਨ ਤੋਂ ਸਮਾਂ ਮੰਗ ਰਹੇ ਨੇ, ਟਾਈਮ ਮੰਗ ਰਹੇ ਨੇ। ਹੁਣ ਉਸੇ ਹੁਕਮਰਾਨ ਦਾ ਸਮਾਂ ਤੇ ਟਾਈਮ ਇਹਨਾਂ ਨੂੰ ਨਹੀਂ ਮਿਲ ਰਿਹਾ। ਕਿਉਂ? ਕਾਰਨ ਕੀ ਆ? ਕਾਰਨ ਕਿਉਂਕਿ ਵਿਚਾਲੇ ਬ੍ਰਿਜ ਭੂਸ਼ਣ ਖੜਾ ਆ, ਵਿਚਾਲੇ ਲਗਾਤਾਰ 6 ਵਾਰ ਦਾ MP ਖੜਾ ਆ, ਵਿਚਾਲੇ ਇੱਕ ਸਟਰੋਂਗ ਜਿਹੜਾ ਕਹਿੰਦੇ ਨੇ ਕਿ ਸੋ ਕਾਲਡ ਸਟਰੋਂਗ, ਉਹ ਵਿਚਾਲੇ ਖੜਾ ਆ, ਜਿਹਨੂੰ ਸ਼ਾਇਦ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਕੋਈ ਡੁੱਕਰ ਨਹੀਂ। ਉਹ ਵਿਚਾਲੇ ਚੀਨ ਦੀ ਕੰਧ, ਮੈਂ ਪੰਜਾਬੀ 'ਚ ਕਹਿੰਦਾ ਵੀ ਚੀਨ ਦੀ ਕੰਧ ਬਣਿਆ ਵਿਚਾਲੇ ਖੜਾ। ਸ਼ਾਇਦ ਉਹੀ ਕੰਧ ਟਵੀਟ ਵੀ ਰੋਕੀ ਜਾਂਦੀ ਆ, ਉਹੀ ਕੰਧ ਬਿਆਨ ਵੀ ਰੋਕੀ ਜਾਂਦੀ ਆ, ਉਹੀ ਕੰਧ ਪ੍ਰਧਾਨ ਮੰਤਰੀ ਨੂੰ ਸ਼ਾਇਦ ਇੱਥੇ ਆਉਣ ਤੋਂ ਵੀ ਰੋਕੀ ਜਾਂਦੀ। ਇਹ ਵੀ ਹੋ ਸਕਦਾ ਕਿ ਕੋਈ ਮੰਤਰੀ, ਕੋਈ ਪ੍ਰਧਾਨ ਮੰਤਰੀ ਆ ਜਾਂਦਾ ਇੱਥੇ ਆ ਕੇ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਹੋ ਸਕਦਾ। ਇੰਨਾ ਲੰਬਾ ਇਹ ਧਰਨਾ ਨਾ ਜਾਂਦਾ ਜਾਂ ਇਸ ਮਾਮਲੇ ਦਾ ਕੁਝ ਨਾ ਕੁਝ ਹੱਲ ਜਿਹੜਾ ਪਿਛਲੀ ਵਾਰ ਵੀ ਚੱਲਿਆ ਸੀ, ਪਿਛਲੀ ਵਾਰ ਵੀ ਇੰਨਾ ਲੰਮਾ ਨਹੀਂ ਗਿਆ ਸੀ, ਤਾਂ ਹੋ ਸਕਦਾ ਇਸ ਵਾਰ ਵੀ ਇੰਨਾ ਲੰਬਾ ਨਾ ਜਾਂਦਾ ਜਿੰਨਾ ਲੰਮਾ ਹੁਣ ਇਹ ਜਿੰਨਾ ਲੰਮਾ ਚੱਲ ਗਿਆ। ਤੇ ਜਿੰਨਾ ਲੰਮਾ ਹੋਰ ਚੱਲੂਗਾ ਉਹਨਾਂ ਲੰਮਾ ਇਹ ਸਵਾਲੀਆ ਚਿੰਨ੍ਹ ਹੋਰ ਮਾਪਿਆਂ ਦੇ ਮਨਾਂ ਦੇ ਵਿੱਚ, ਖਿਡਾਰੀਆਂ ਦੇ ਮਨਾਂ ਦੇ ਵਿੱਚ ਖੜੇ ਹੁੰਦੇ ਜਾਣਗੇ। ਤੇ ਸ਼ਾਇਦ ਅੱਜ ਇਹ ਖਿਡਾਰੀ ਵੀ ਕਿਤੇ ਨਾ ਕਿਤੇ ਇਹ ਸੋਚ ਰਹੇ ਹੋਣਗੇ, ਇਹਨਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਹੋਊਗਾ ਕਿ ਕਿਤੇ ਅਸੀਂ ਪਹਿਲਵਾਨ ਬਣ ਕੇ ਗਲਤੀ ਤਾਂ ਨਹੀਂ ਕਰ ਲਈ, ਕਿਤੇ ਅਸੀਂ ਭਾਰਤ ਦੇ ਲਈ ਮੈਡਲ ਲੈ ਕੇ ਗਲਤੀ ਤਾਂ ਨਹੀਂ ਕਰ ਲਈ, ਕਿਤੇ ਅਸੀਂ ਨਾਮੀ ਖਿਡਾਰੀ ਬਣ ਕੇ ਗਲਤੀ ਤਾਂ ਨਹੀਂ ਕਰ ਲਈ। ਇਹ ਸਭ ਕੁਝ ਇਹਨਾਂ ਦੇ ਦਿਮਾਗ ਦੇ ਵਿੱਚ ਇਸ ਵੇਲੇ ਜ਼ਰੂਰ ਚੱਲ ਰਿਹਾ ਹੋਣਾ। ਇਹ ਸੋਚਦੇ ਹੋਣਗੇ ਜਦੋਂ ਵੀ ਇਕੱਲੇ ਬੈਠਦੇ ਹੋਣਗੇ। ਬਾਈ ਜੀ, 2 ਸਵਾਲ ਮੇਰੇ ਜ਼ਿਹਨ ਦੇ ਵਿੱਚ ਆਉਂਦੇ ਨੇ। ਵਿਨੇਸ਼ ਫੋਗਾਟ ਉਹਨਾਂ ਦਾ ਬਿਆਨ ਆ ਜਾਂਦਾ ਹੈ ਕਿ ਅਸੀਂ ਆਪਣੇ ਸਾਰੇ ਮੈਡਲ ਜਿਹੜੇ ਨੇ ਅਸੀਂ ਵਾਪਸ ਕਰ ਦੇਵਾਂਗੇ। ਤੁਸੀਂ ਜਿੱਦਾਂ ਕਿਹਾ ਕਿ
ਚੰਮ ਸਾੜਨਾ ਪੈਂਦਾ, ਮਿਹਨਤ ਕਰਨੀ ਪੈਂਦੀ ਇੱਕ 골ਡ ਮੈਡਲ ਜਾਂ ਇੱਕ ਬ੍ਰੌਂਜ਼ ਮੈਡਲ ਤੱਕ ਲੈਣ ਦੇ ਲਈ। ਦੂਜਾ ਸਵਾਲ ਇਹ ਆਉਂਦਾ ਕਿ ਫੋਗਾਟ ਸਿਸਟਰਸ ਦਾ ਵੱਡਾ ਨਾਮ ਹੈਗਾ ਰੈਸਲਿੰਗ ਦੇ ਵਿੱਚ, ਸਾਰੇ ਪਰਿਵਾਰ ਦਾ ਵੱਡਾ ਨਾਮ ਹੈਗਾ। ਵਿਨੇਸ਼ ਫੋਗਾਟ ਤੇ ਸੰਗੀਤਾ ਫੋਗਾਟ ਜਿਹੜੇ ਨੇ ਧਰਨੇ ਦੇ ਉੱਪਰ ਨੇ। ਬਬੀਤਾ ਫੋਗਾਟ ਬੀਜੇਪੀ ਦੇ ਲੀਡਰ ਨੇ। ਕਿਤੇ ਨਾ ਕਿਤੇ ਇਹ ਧਰਨਾ ਜਾਂ ਬ੍ਰਿਜ ਭੂਸ਼ਣ ਜਿਹੜੇ ਨੇ ਕਿਤੇ ਨਾ ਕਿਤੇ ਆਪਸੀ ਫੈਮਿਲੀ ਕਲੇਸ਼ ਦੀ ਵੀ ਵਜ੍ਹਾ ਬਣ ਸਕਦੇ ਨੇ, ਆਪਸੀ ਫੈਮਿਲੀ ਰਿਸ਼ਤੇ ਜਿਹੜੇ ਨੇ ਉਹ ਤਾਰ-ਤਾਰ ਹੋ ਸਕਦੇ ਨੇ। ਦੋ ਸਵਾਲ ਨੇ, ਪਹਿਲੇ ਸਵਾਲ ਤੇ ਜਾਵਾਂਗੇ। ਜਿਵੇਂ ਤੁਸੀਂ ਕਿਹਾ ਨਾ ਕਿ ਉਹ ਕਹਿੰਦੇ ਨੇ ਅਸੀਂ ਆਪਣੇ ਮੈਡਲ ਧਰ ਦਾਂਗੇ, ਇਸ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਜਵਾਬ ਦਿੱਤਾ ਕਿ ਕੀ ਬੀਤ ਰਹੀ ਹੋਣੀ ਉਹਨਾਂ ਤੇ, ਜਿਹੜੇ ਮੈਡਲਾਂ ਦੇ ਉਹ ਸੁਪਨੇ ਦੇਖ ਕੇ ਵੱਡੇ ਹੋਏ, ਜਿਹੜੇ ਮੈਡਲਾਂ ਦੇ ਸੁਪਨੇ ਦੇਖ ਕੇ ਉਹ ਰੈਸਲਿੰਗ ਦੇ ਵਿੱਚ ਆ, ਜਦੋਂ ਪਤਾ ਲੱਗਿਆ ਕਿ ਆਹ ਕੁਛ ਹੋ ਰਿਹਾ ਤਾਂ ਆਪਣੇ ਦਿਲ ਤੇ ਕਿੱਡਾ ਪੱਥਰ ਧਰ ਕੇ ਉਹਨਾਂ ਨੇ ਕਿਹਾ ਹੋਣਾ ਕਿ ਅਸੀਂ ਆਪਣੇ ਮੈਡਲ ਹੀ ਦੇ ਦਾਂਗੇ ਤੁਹਾਨੂੰ, ਅਸੀਂ ਆਪਣੇ ਮੈਡਲ, ਸਾਨੂੰ ਜ਼ਰੂਰਤ ਹੀ ਨਹੀਂ ਇੱਦਾਂ ਦੇ ਜਿਹੜੇ ਹੈਗੇ ਉਹ ਮੈਡਲਾਂ ਦੀ। ਤਾਂ ਕਿੱਡਾ ਵੱਡਾ ਆਪਣੇ ਦਿਲ ਤੇ ਜਿਹੜਾ ਉਹਨਾਂ ਨੇ ਪੱਥਰ ਧਰਿਆ ਹੋਣਾ, ਆਖਿਆ ਹੋਣਾ, ਉਹਨਾਂ ਤੇ ਕੀ ਬੀਤ ਰਹੀ ਹੋਣੀ। ਬਿਲਕੁਲ। ਮੇਰੇ ਇੱਕ ਫਾਈਟ ਵਿਨੇਸ਼ ਫੋਗਾਟ ਉਹਨਾਂ ਦੀ 2016 올림픽 ਦੀ ਮੇਰੇ ਜ਼ਿਹਨ ਦੇ ਵਿੱਚ ਆਉਂਦੀ ਕਿ ਜਦੋਂ ਉਹ ਇੱਕ ਫਾਈਟ ਹਾਰ ਜਾਂਦੇ ਨੇ 올림픽 ਦੇ ਵਿੱਚ, ਉਹਨਾਂ ਦੇ ਮੈਡਲ ਦਾ ਸੁਪਨਾ ਜਿਹੜਾ ਚੂਰ-ਚੂਰ ਹੋ ਜਾਂਦਾ, ਤਾਂ ਮੈਟ ਦੇ ਉੱਪਰ ਬੈਠ ਕੇ ਹੀ ਰੋਣ ਲੱਗ ਜਾਂਦੇ ਨੇ। ਉਹਨਾਂ ਨੂੰ ਕੁਝ ਸ਼ਾਇਦ ਇੰਜਰੀ ਦੀ ਪ੍ਰੋਬਲਮ ਕੁਛ ਆਈ ਸੀ, ਉਹਨਾਂ ਦਾ ਰੋਣਾ, ਉਹਨਾਂ ਦੀ ਭਾਵਨਾ ਜਿਹੜੀ ਹੈ ਉਸੇ ਮੈਟ ਦੇ ਉੱਪਰ ਜਿਹੜੀ ਨਿਕਲਦੀ ਸੀ। ਕੀ ਬੀਤਦੀ ਹੋਊਗੀ ਤੇ ਰੋਣਾ ਇਹ ਸੀ ਕਿ ਮੈਂ ਮੈਡਲ ਹਾਸਲ ਇਹ ਨਹੀਂ ਕਰ ਪਾਇਆ। ਤੇ ਹੁਣ ਜਿਹੜੇ ਮੈਡਲ ਹਾਸਲ ਕਰੇ ਨੇ, ਜਿਹੜੇ ਮੈਡਲਾਂ ਨੂੰ ਆਪਣੇ ਗਲਾਂ ਦੇ ਵਿੱਚ ਪਾ ਕੇ ਖੁਸ਼ੀ ਹੋਈ ਹੋਣੀ ਆ, ਤੇ ਹੁਣ ਉਹੀ ਮੈਡਲ ਕਹਿੰਦੇ ਨੇ ਕਿ ਸਾਨੂੰ ਇਹਨਾਂ ਮੈਡਲਾਂ ਦੀ ਜ਼ਰੂਰਤ ਨਹੀਂ, ਮੈਡਲ ਵੀ ਜਿਹੜੇ ਹੈਗੇ ਆ ਉਹ ਵਾਪਸ ਕਰਾਂਗੇ, ਮੈਡਲ ਵੀ ਜਿਹੜੇ ਤੁਸੀਂ ਵਾਪਸ ਲੈ ਲਓ। ਦੂਜੀ ਗੱਲ ਤੁਸੀਂ ਫੋਗਾਟ ਸਿਸਟਰ ਦੀ ਕਰੀ ਹੈ। ਦੋ ਭੈਣਾਂ ਉਹ ਨੇ ਜਿਹੜੀਆਂ ਧਰਨੇ ਤੇ ਬੈਠੀਆਂ ਨੇ, ਇੱਕ ਭੈਣ ਉਹ ਆ ਜਿਹੜੀ ਬੀਜੇਪੀ ਦੇ ਵਿੱਚ ਆ। ਮੈਂ ਪਹਿਲਾਂ ਵੀ ਗੱਲ ਕਰੀ ਆ ਕਿ ਜਦੋਂ ਕੁਰਸੀ ਅੱਗੇ ਆ ਜਾਂਦੀ ਆ, ਜਦੋਂ ਇਹ ਫੇਮ ਅੱਗੇ ਆ ਜਾਂਦਾ ਆ, ਜਦੋਂ ਇਹ ਰਾਜਨੀਤੀ ਅੱਗੇ ਆ ਜਾਂਦੀ ਆ, ਤਾਂ ਉਦੋਂ ਸ਼ਾਇਦ ਜਿਹੜੇ ਖੂਨ ਦੇ ਰਿਸ਼ਤੇ ਆ ਉਹ ਵੀ ਢਿੱਲੇ ਪੈ ਜਾਂਦੇ ਆ, ਉਹ ਵੀ ਪਤਲੇ ਪੈ ਜਾਂਦੇ ਆ, ਖੂਨ ਪਾਣੀ ਬਣ ਜਾਂਦਾ ਆ। ਇਹਦੇ ਵਿੱਚ ਜਿਹੜੀ ਹੈਗੀ ਆ ਉਹ ਕੋਈ ਸ਼ੱਕ ਨਹੀਂ। ਹੁਣ ਸ਼ਾਇਦ ਭੈਣ ਨੂੰ ਵੀ ਬੀਜੇਪੀ ਦਿਸਦੀ ਹੋਣੀ ਆ, ਹੁਣ ਸ਼ਾਇਦ ਭੈਣ ਨੂੰ ਵੀ ਆਪਣੀ ਕੁਰਸੀ ਜਿਹੜੀ ਆ ਉਹ ਦਿਖਦੀ ਹੋਣੀ ਆ। ਹੁਣ ਇਹ ਪਹਿਲਵਾਨ ਨਹੀਂ ਲੱਗਦੇ ਹੋਣੇ, ਹਾਲਾਂਕਿ ਉਹ ਵੀ ਉੱਥੋਂ ਤੱਕ ਪਹੁੰਚੇ ਨੇ, ਭਲਵਾਨੀ ਦੇ ਤੌਰ ਤੇ ਹੀ ਪਹੁੰਚੇ ਨੇ, ਭਲਵਾਨੀ ਕਰਦੇ ਉੱਥੋਂ ਤੱਕ ਜਿਹੜੇ ਹੈਗੇ ਪਹੁੰਚੇ ਨੇ। ਤਾਂ ਇਹ ਗੱਲਾਂ ਨੇ ਕਿ ਜਦੋਂ ਕੁਰਸੀ ਮੂਹਰੇ ਆਉਂਦੀ ਆ, ਕੁਰਸੀ ਤੇ ਜਦੋਂ ਇਨਸਾਨ ਕਾਬਜ ਹੁੰਦਾ, ਉਦੋਂ ਸ਼ਾਇਦ ਸਭ ਕੁਝ ਜਿਹੜਾ ਹੈਗਾ ਉਹ ਭੁੱਲ ਜਾਂਦਾ ਆ। ਵੱਡੀ ਗੱਲ ਤਾਂ ਇਹ ਆ ਕਿ ਹੋਰ ਕੁਝ ਵੀ ਨਹੀਂ ਆ, ਸ਼ਾਇਦ ਜੇ ਕੋਈ ਹੋਰ ਅਧਿਕਾਰੀ ਹੁੰਦਾ, ਕੁਝ ਵੀ ਹੁੰਦਾ, ਬੜਾ ਜਲਦੀ ਫੈਸਲਾ ਲਿਆ ਜਾਂਦਾ। ਪਰ ਇੱਥੇ ਬ੍ਰਿਜ ਭੂਸ਼ਣ ਖੜਾ ਆ, ਸਿਰਫ ਬ੍ਰਿਜ ਭੂਸ਼ਣ ਨਹੀਂ ਖੜਾ, ਬ੍ਰਿਜ ਭੂਸ਼ਣ ਦੇ ਪਿੱਛੇ ਕੀ ਚੀਜ਼ਾਂ ਖੜੀਆਂ ਨੇ। 6 ਵਾਰ ਦੀ ਐਮਪੀਸ਼ਿਪ ਉਹਦੇ ਨਾਲ ਖੜੀ ਆ। ਉਹਨਾਂ ਨੂੰ ਪਤਾ ਹੈ ਕਿ ਅਗਲੇ ਵਾਰੀ ਵੀ ਇੱਥੋਂ ਸਾਨੂੰ ਇਹ ਸੀਟ ਦਵਾ ਸਕਦਾ, ਜਿਹੜੀ ਇੰਨੀ ਰਸੂਖ ਰੱਖ ਸਕਦਾ ਹੈ ਕਿ ਮੈਨੂੰ ਕਿਸੇ, ਜਿਹੜਾ ਇਹ ਕਹਿ ਸਕਦਾ ਕਿ ਮੈਨੂੰ ਕਿਸੇ ਪਾਰਟੀ ਦੀ ਜ਼ਰੂਰਤ ਨਹੀਂ, ਪਾਰਟੀ ਨੂੰ ਮੇਰੀ ਜ਼ਰੂਰਤ ਆ। ਤੇ ਲੋਕ ਜਿਹੜਾ ਬੇਖੌਫ ਹੋ ਕੇ ਕਹਿ ਸਕਦਾ ਹਾਂ ਇੱਕ ਕਤਲ ਮੈਂ ਕੀਤਾ, ਬੇਖੌਫ ਹੋ ਕੇ ਕਹਿ ਸਕਦਾ। ਤਾਂ ਤੁਸੀਂ ਹੁਣ ਖੁਦ ਸੋਚ ਕੇ ਦੇਖੋ, ਸ਼ਾਇਦ ਉਦੋਂ ਅੱਗੇ ਕੁਝ ਕਹਿਣ ਨੂੰ ਬਚਦਾ ਹੀ ਨਹੀਂ। ਤੁਸੀਂ ਖੁਦ ਸੋਚ ਕੇ ਦੇਖੋ ਕਿ ਉਹਦੇ ਰਸੂਖ ਕਿੱਡਾ ਹੋਊਗਾ, ਉਹ ਖੁਦ ਮਤਲਬ ਆਪਦੇ ਆਪ ਨੂੰ ਸਮਝਦਾ ਕੀ ਹੋਊਗਾ, ਜਾਂ ਉਹ ਉਸਦੀ ਪਾਵਰ ਜਿਹੜੀ ਆ ਉਹ ਕਿੰਨੀ ਹੋਊਗੀ, ਜਿਹੜਾ ਹਾਲੇ ਵੀ ਇਸ ਤਰ੍ਹਾਂ ਖੁੱਲ੍ਹੇਆਮ ਜਿਹੜਾ ਉਹ ਫਿਰਦਾ ਆ। ਤੇ ਪਰ ਇਹਨਾਂ ਚੀਜ਼ਾਂ ਦੇ ਉੱਪਰ ਬਿਆਨ ਨਾ ਆਉਣੇ, ਬੀਜੇਪੀ ਦੇ ਬਿਆਨ ਨਾ ਆਉਣੇ, ਬੀਜੇਪੀ ਦੇ ਕਿਸੇ ਵੀ ਲੀਡਰਾਂ ਦੇ ਬਿਆਨ ਜਿਹੜੇ ਨਾ ਆਉਣੇ, ਤਾਂ ਉਹ ਕਿਤੇ ਨਾ ਕਿਤੇ ਬਹੁਤ ਗਲਤ ਨੇ। ਉਹ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਖਿਡਾਰੀਆਂ ਦੀ, ਉਹਨਾਂ ਪਹਿਲਵਾਨਾਂ ਦੀ ਅੱਖ ਜਿਹੜੀ ਹੈ ਨਮ ਕਰਦੇ ਨੇ। ਅਤੇ ਮੈਸੇਜ ਮੈਂ ਇੱਕ ਵਾਰੀ ਫਿਰ ਕਹਿ ਰਿਹਾ ਕਿ ਮੈਸੇਜ ਇਹ ਨਹੀਂ ਗਲਤ ਗਿਆ ਕਿ ਸਾਡੇ ਖਿਡਾਰੀ ਹੱਕਾਂ ਦੇ ਲਈ ਬੈਠੇ ਨੇ, ਮੈਸੇਜ ਇਹ ਗਲਤ ਗਿਆ ਕਿ ਸਾਡੇ ਭਲਵਾਨ, ਸਾਡੇ ਖਿਡਾਰੀ ਬੈਠੇ ਨੇ, ਉਹਨਾਂ ਦੇ ਲਈ ਰੂਲਿੰਗ ਪਾਰਟੀ ਦਾ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਾ ਆਉਣਾ, ਰੂਲਿੰਗ ਪਾਰਟੀ ਦਾ ਐਕਸ਼ਨ ਨਾ ਲੈਣਾ, ਇਹ ਗਲਤ ਵਾਲੇ ਪਾਸੇ ਜਿਹੜਾ ਉਹ ਜਾ ਰਿਹਾ। ਬਾਈ ਜੀ, ਖਿਡਾਰੀ ਕਿਸੇ ਨਾ ਕਿਸੇ ਵੀ ਦੇਸ਼ ਦਾ ਜਿਹੜਾ ਚਮਕਦਾ ਸਿਤਾਰਾ ਹੁੰਦੇ ਨੇ। ਜਦੋਂ ਗੱਲ 올림픽 ਲੈਵਲ ਦੀ ਆਉਂਦੀ ਤਾਂ ਵੱਡੇ ਬੀਜੇਪੀ ਦੇ ਆਗੂ ਕਹਿੰਦੇ ਨੇ ਜਾਂ ਹੋਰ ਲੀਡਰਸ਼ਿਪ ਕਹਿੰਦੀ ਆ ਕਿ ਅਸੀਂ ਚਾਈਨਾ ਦੇ ਨਾਲ ਕੰਪੀਟ ਕਰਨਾ 올림픽 ਦੇ ਵਿੱਚ, ਜਿਹੜਾ ਸੁਪਰ ਪਾਵਰ ਹੈਗਾ 올림픽 ਦੀ। ਚਾਈਨਾ ਦੇ ਨਾਲ ਕੰਪੀਟ ਕਰਨ ਦੀਆਂ ਸੋਚਾਂ ਰੱਖਣ ਵਾਲੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਵਿਵਹਾਰ 올림픽 ਮੈਡਲਿਸਟ ਦੇ ਨਾਲ ਹੋਣਾ ਕਿਤੇ ਨਾ ਕਿਤੇ 2024 ਦੀ ਪੈਰਿਸ 올림픽 ਦੇ ਉੱਪਰ ਵੀ, ਪਰਫਾਰਮੈਂਸ ਦੇ ਉੱਪਰ ਵੀ ਜਿਹੜਾ ਫਰਕ ਪਾਊਗਾ। ਜੇ ਐਸਾ ਕੁਛ ਰਿਹਾ, ਤੁਸੀਂ ਚਾਈਨਾ ਦੀ ਗੱਲ ਕਰਦੇ ਹੋ, ਮੈਨੂੰ ਲੱਗਦਾ ਜਿਹੜੇ ਦੇਸ਼ ਉਹ ਨੇ ਜਿਹੜੇ ਖਿਡਾਰੀ ਪੈਦਾ ਹੀ ਨਹੀਂ ਕਰਦੇ, ਮੈਨੂੰ ਲੱਗਦਾ ਸ਼ਾਇਦ ਉਹਨਾਂ ਤੋਂ ਵੀ ਨਾ ਕਿਤੇ ਅਸੀਂ ਪਿੱਛੇ ਰਹਿ ਜਾਈਏ। ਗੱਲ ਇਹ ਹੈ ਨਾ ਕਿ ਜਦੋਂ ਖਿਡਾਰੀਆਂ ਨੂੰ ਇਨਵਾਇਰਮੈਂਟ ਨਹੀਂ ਮਿਲੂਗਾ, ਸੁਭਾਵਿਕ ਤੌਰ 'ਤੇ ਇਨਵਾਇਰਮੈਂਟ ਨਹੀਂ ਮਿਲੂਗਾ, ਕਿਉਂਕਿ ਇੱਕ ਖਿਡਾਰੀ ਨੂੰ, ਇੱਕ ਪਹਿਲਵਾਨ ਨੂੰ ਇਹ ਕਹਿੰਦੇ ਕਿ ਪਹਿਲਵਾਨ ਨੂੰ ਖਾਣਾ, ਸੌਣਾ ਅਤੇ ਖੇਡਣਾ, ਭਲਵਾਨ ਦੇ ਪੱਲੇ 3 ਚੀਜ਼ਾਂ ਹੀ ਹੁੰਦੀਆਂ ਨੇ। ਇਹ ਸੁਣਿਆ ਹੋਣਾ, ਅਸੀਂ ਸੁਣਦੇ ਹਾਂ, ਖਾਣਾ, ਸੌਣਾ ਅਤੇ ਉਸ ਤੋਂ ਬਾਅਦ ਖੇਡਣਾ, ਇਹ 3 ਚੀਜ਼ਾਂ ਹੁੰਦੀਆਂ ਨੇ। ਹੁਣ ਇਹਨਾਂ ਪਹਿਲਵਾਨਾਂ ਦੇ ਪੱਲੇ ਕੀ ਰਹਿ ਗਿਆ? ਰੋਣਾ, ਨਾਅਰੇ ਲਾਉਣੇ, ਰੋਣਾ, ਨਾਅਰੇ ਲਾਉਣੇ, ਰੋਣਾ, ਨਾਅਰੇ ਲਾਉਣੇ।
ਖੁਰਾਕ ਦੇ ਵਿੱਚ ਕੀ ਰਹਿ ਗਿਆ, ਜਿਹੜਾ ਕੋਈ ਦਹੀਂ ਲੱਸੀ ਕਿਤੇ ਪਾਸੇ ਆਉਂਦੀ ਆ ਉਹ ਖਾਣਾ, ਹੋਰ ਕੁਝ ਨਹੀਂ ਖਾਣਾ। ਤੁਸੀਂ ਕਿਵੇਂ ਮੰਨਦੇ ਹੋ ਕਿ ਫਿਰ ਮੈਡਲ ਜਿਹੜੇ ਉਹ ਸਾਡੇ, ਅਸੀਂ 골ਡ ਮੈਡਲ ਤੱਕ ਜਾਵਾਂਗੇ? ਹੁਣ ਇੱਕ ਵੀ ਗੱਲ ਆ ਕਿ ਜੇਕਰ ਇਸ ਤੋਂ ਬਾਅਦ ਮੈਡਲ ਨਹੀਂ ਆਉਂਦਾ, ਜਿਹੜੀਆਂ ਆਉਣ ਵਾਲੇ ਸਾਲ ਦੇ ਵਿੱਚ ਖੇਡਾਂ ਹੋਣ ਵਾਲੀਆਂ ਨੇ, ਤਾਂ ਅਸੀਂ ਵੱਧ ਦੋਸ਼ੀ ਇਹਨਾਂ ਖਿਡਾਰੀਆਂ ਨੂੰ ਨਹੀਂ ਮੰਨਾਂਗੇ, ਅਸੀਂ ਉਸ ਤੋਂ ਵੱਡਾ ਦੋਸ਼ੀ ਬ੍ਰਿਜ ਭੂਸ਼ਣ ਨੂੰ ਮੰਨਾਂਗੇ, ਜਿਸ ਦੀ ਬਦੌਲਤ ਇੱਥੇ ਜਿਹੜਾ ਹੈਗਾ ਇਹਨਾਂ ਨੂੰ ਬੈਠਣਾ ਪੈ ਗਿਆ। ਕਿਉਂਕਿ ਸਭ ਤੋਂ ਵੱਡਾ ਹੋਪ ਜੇਕਰ ਗੱਲ ਕਰੀਏ 올림픽 ਦੇ ਵਿੱਚ ਇੰਡੀਆ ਦੇ ਮੈਡਲ ਦਾ, ਤਾਂ ਰੈਸਲਿੰਗ ਹੈਗਾ, ਕੁਸ਼ਤੀ ਹੈਗਾ ਤੇ ਵੱਡੇ ਨਾਮ ਨੇ ਕੁਸ਼ਤੀ ਹੈਗਾ, ਤੇ ਕੁਸ਼ਤੀ ਦੇ ਵਿੱਚ ਹਰਿਆਣਾ, ਇਹ ਤਾਂ ਕੋਈ ਸ਼ੱਕ ਹੀ ਨਹੀਂ, ਤੇ ਹਰਿਆਣਾ ਦੀਆਂ ਸਾਰੀਆਂ ਖਿਡਾਰੀ ਉੱਥੇ ਬੈਠੇ ਨੇ। ਬਿਲਕੁਲ। ਸੋ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬਾਰੇ ਕੁਝ ਗੱਲਾਂ ਬਾਤਾਂ ਹੋਈਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਲਗਾਤਾਰ 6 ਵਾਰ ਦਾ ਮੈਂਬਰ ਪਾਰਲੀਮੈਂਟ ਜਿਹੜਾ ਸ਼ਰੇਆਮ ਇਹ ਕਹਿ ਰਿਹਾ ਕਿ ਮੈਨੂੰ ਕਿਸੇ ਪਾਰਟੀ ਦੀ ਜ਼ਰੂਰਤ ਨਹੀਂ, ਪਾਰਟੀ ਨੂੰ ਮੇਰੀ ਜ਼ਰੂਰਤ। ਸ਼ਰੇਆਮ ਇਹ ਕਹਿ ਰਿਹਾ ਕਿ ਹਾਂ ਇੱਕ ਕਤਲ ਮੈਂ ਕੀਤਾ। ਉਸ ਵਿਅਕਤੀ ਨੂੰ ਬਚਾਉਣ ਦੇ ਲਈ ਸੱਤਾ ਧਿਰ ਦਾ ਕੋਈ ਵੀ ਬਿਆਨ ਖਿਡਾਰੀਆਂ ਦੇ ਹੱਕ ਦੇ ਵਿੱਚ ਜਾਂ ਕੋਈ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ ਨਾ ਆਉਣਾ, ਇੰਨਾ ਕੁਝ ਹੋਣ ਤੋਂ ਬਾਅਦ ਕੀ ਇਹਨਾਂ ਖਿਡਾਰੀਆਂ ਤੋਂ ਮੈਡਲ ਦੀ ਉਮੀਦ ਕੀਤੀ ਜਾ ਸਕਦੀ ਆ? ਕਿਉਂਕਿ ਜਿਹੜਾ ਸਮਾਂ ਇਹਨਾਂ ਨੇ ਆਪਣੇ ਧਰਨਿਆਂ ਦੇ ਵਿੱਚ ਬਿਤਾਇਆ, ਦਿੱਲੀ ਦੇ ਜੰਤਰ ਮੰਤਰ ਦੇ ਵਿੱਚ, ਮੀਂਹ ਦੇ ਵਿੱਚ, ਧੁੱਪ ਦੇ ਵਿੱਚ, ਗਰਮੀ ਦੇ ਵਿੱਚ ਇਹ ਲੋਕ ਬੈਠੇ ਨੇ, ਜੇਕਰ ਉਹੀ ਸਮਾਂ ਇਹ ਕਿਸੇ ਪ੍ਰੈਕਟਿਸ ਦੇ ਵਿੱਚ, ਪ੍ਰੈਕਟਿਸ ਸੈਸ਼ਨ ਦੇ ਵਿੱਚ, ਕਿਸੇ ਚੰਗੀ ਕੰਟਰੀ ਦੇ ਵਿੱਚ ਚੰਗੇ ਕੋਚ ਦੇ ਨਾਲ ਪ੍ਰੈਕਟਿਸ ਕਰਦੇ, ਤਾਂ ਹੋ ਸਕਦਾ 2024 ਪੈਰਿਸ 올림픽 ਦੇ ਵਿੱਚ ਕੁਝ ਨਾ ਕੁਝ ਇਹਨਾਂ ਖਿਡਾਰੀਆਂ ਦੀ ਪਰਫਾਰਮੈਂਸ ਵਧੀਆ ਹੁੰਦੀ। ਉਮੀਦ ਕਰਦੇ ਹਾਂ ਕਿ ਖਿਡਾਰੀ ਆਪਣੀ ਖੇਡ ਵਧੀਆ ਤਰੀਕੇ ਨਾਲ ਖੇਡਣਗੇ ਤੇ ਦੇਸ਼ ਨੂੰ ਪਹਿਲਾਂ ਦੀ ਤਰ੍ਹਾਂ ਮਾਣ ਮਹਿਸੂਸ ਕਰਵਾਉਣਗੇ। ਪਰ ਜੇਕਰ ਇਹਨਾਂ ਲੋਕਾਂ ਦੀ, ਇਹਨਾਂ ਖਿਡਾਰੀਆਂ ਦੀ ਪਰਫਾਰਮੈਂਸ ਨਹੀਂ ਨਿਕਲ ਕੇ ਸਾਹਮਣੇ ਆਉਂਦੀ, ਇਹ ਸੋਚਣਾ ਬਣਦਾ ਹੈ ਕਿ ਫਿਰ ਇਸ ਦੇ ਪਿੱਛੇ ਜ਼ਿੰਮੇਵਾਰ ਸਾਡਾ ਫੇਲ ਸਿਸਟਮ ਹੋਏਗਾ ਜਾਂ ਇਹਨਾਂ ਖਿਡਾਰੀਆਂ ਦਾ ਆਪਣੀ ਖੇਡ ਦੇ ਪ੍ਰਤੀ ਸਿੰਸੀਅਰ ਨਾ ਹੋਣਾ, ਇਹਨਾਂ ਨੂੰ ਇਲਜ਼ਾਮ ਲਗਾਏ ਜਾਣਗੇ। ਇਹ ਤਾਂ ਸਮਾਂ ਦੱਸੇਗਾ।